कि कदे भी किसी नूं एफीडेविट ते व्हीकल ना बेचो। ਅਸੀਂ ਕਬਾੜ व्हीकल ਨੂੰ ਵੀ ਵੇਚ ਦਿੰਦੇ ਆ। ਸਭ ਤੋਂ ਵੱਡੀ ਗਲਤੀ ਜਸਵੀਰ ਅਸੀਂ ਉੱਥੇ ਕਰਦੇ ਆ, ਅਸੀਂ ਨਾਲ ਚੱਕ ਕੇ ਆਰਸੀ ਵੀ ਦੇ ਦਿੰਦੇ ਆ ਉਹਨੂੰ। ਅਸੀਂ ਕੀ ਕੀਤਾ, ਐਫੀਡੇਵਿਟ ਦੇਤਾ, ਐਫੀਡੇਵਿਟ ਦੇ ਨਾਲ ਇੱਕ 29-30 ਨੰਬਰ ਫਾਰਮ ਭਰ ਕੇ ਦੇ ਦਿੰਦੇ ਆ, ਲੈ ਵੀ ਆਰਸੀ ਨਾ ਕਰਾ ਦੇ, ਨਾ ਕਰਾ ਲਈ। ਪਰ ਅਸੀਂ ਇਹ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਉਹਨੇ ਆਰਸੀ ਨਾ ਕਰਵਾਈ ਹੈ ਜਾਂ ਨਹੀਂ ਕਰਵਾਈ। ਅੱਜ ਤੋਂ ਬਾਅਦ ਜੋ ਵੀ ਵਹੀਕਲ ਦੀ ਜ਼ਿੰਮੇਵਾਰੀ ਹੈ ਇਹ ਇਹਦੀ ਹੈ। ਪਰ ਜਿਹੜੇ ਉਹਨੇ ਨਾਲ ਆਪਦੇ ਪ੍ਰੂਫ ਲਾਏ, ਜੋ ਵੀ ਲਾਇਆ, ਆਧਾਰ ਕਾਰਡ ਲਾਇਆ ਜਾਂ ਕੁਝ ਵੀ ਲਾਇਆ, ਤੁਸੀਂ ਕਦੇ ਚੈੱਕ ਕਰਾਇਆ ਕਿ ਇਹ ਪਤੇ ਤੇ ਉਹ ਬੰਦਾ ਰਹਿੰਦਾ ਜਾਂ ਨਹੀਂ ਰਹਿੰਦਾ? ਕਬਾੜ ਦੇ ਵਿੱਚ ਵਹੀਕਲ ਵੇਚਣਾ ਤਾਂ ਉਹਦੀ ਪਹਿਲਾਂ ਰਜਿਸਟ੍ਰੇਸ਼ਨ ਰੱਦ ਕਰਾਓ। ਆਰਟੀਓ ਦਫ਼ਤਰ ਦੇ ਵਿੱਚ ਜਾਓ, ਆਰਟੀਓ ਦਫ਼ਤਰ ਦੇ ਵਿੱਚ ਜਾ ਕੇ ਆਪਦੇ ਵਹੀਕਲ ਦੀ ਜਿਹੜੀ ਹੈਗੀ ਉਹ ਰਜਿਸਟ੍ਰੇਸ਼ਨ ਉਹਦੀ ਰੱਦ ਕਰਵਾਓ। ਰਜਿਸਟ੍ਰੇਸ਼ਨ ਰੱਦ ਕਰਵਾ ਕੇ ਜਿਹੜਾ ਕਾਗਜ਼ ਆਪਾਂ ਨੂੰ ਮਿਲਦਾ, ਪੇਜ ਮਿਲਦਾ ਜਿਹਦੇ ਵਿੱਚ ਪ੍ਰੂਫ ਹੁੰਦਾ ਕਿ ਤੁਸੀਂ ਕੈਂਸਲ ਕਰਵਾਤੀ, ਉਸ ਨੂੰ ਜਿਵੇਂ ਆਪਦੇ ਘਰ ਦੇ ਵਿੱਚ ਸੋਨਾ ਸਾਂਭ ਕੇ ਰੱਖਦੇ ਜੀ, ਉਵੇਂ ਸਾਂਭ ਕੇ ਰੱਖੋ। ਹੁਣ ਪੁਲਿਸ ਮੇਰਾ ਦਰਵਾਜ਼ਾ ਆ ਕੇ ਖੜਖੜਾਊਗੀ, ਉਹ ਤੁਹਾਡਾ ਨਹੀਂ ਖੜਖੜਾਊਗੀ। ਮੈਨੂੰ ਪਤਾ ਹੀ ਨਹੀਂ ਮੇਰੇ ਵਹੀਕਲ ਨਾਲ ਹੋ ਕੀ ਗਿਆ, ਉਹ ਤਾਂ ਫਿਰ ਪੁਲਿਸ ਆ ਕੇ ਦੱਸੂਗੀ ਨਾ ਤੇਰੇ ਵਹੀਕਲ ਨਾਲ ਆਹ ਕੰਮ ਹੋ ਗਿਆ। ਇਹ ਦੱਸੋ ਜਿਹੜਾ ਆਪਾਂ ਐਫੀਡੇਵਿਟ ਵੇਚਦੇ ਆ, ਆਪਾਂ ਐਫੀਡੇਵਿਟ ਕਿਤੇ ਆਨਲਾਈਨ ਹੁੰਦਾ? ਬਿਲਕੁਲ ਨਹੀਂ ਆਨਲਾਈਨ ਹੁੰਦਾ। ਹਾਲੇ ਵੀ ਕੋਟਾ ਚਲੇ ਜਾਓ, ਕਚਹਿਰੀਆਂ ਦੇ ਵਿੱਚ ਚਲੇ ਜਾਓ, ਕਚਹਿਰੀਆਂ ਦੇ ਵਿੱਚ ਜਿੰਨੇ ਵੀ ਲੋਕ ਵਹੀਕਲ ਵੇਚਦੇ ਆ ਉਹ ਅਕਸਰ ਹੀ ਸਾਰੇ ਤਕਰੀਬਨ ਹੀ, ਮੈਂ ਕਹਾਂ ਤਾਂ ਜਿਵੇਂ ਤੁਸੀਂ ਗੱਲ ਕੀਤੀ 100 ਦੇ ਵਿੱਚ 100 ਦੇ 100 ਐਫੀਡੇਵਿਟ ਹੀ ਵੇਚ ਕੇ ਭੁੱਲ ਜਾਂਦੇ ਆ। सत श्री अकाल, RMB ਟੈਲੀਵਿਜ਼ਨ देख रहे हो तुसी, मैं हाँ जस गरेवाल। ਜ਼ਿੰਦਗੀ ਦੇ ਵਿੱਚ ਅਕਸਰ ਅਸੀਂ ਬੜੀਆਂ ਚੀਜ਼ਾਂ ਲੈਂਦੇ ਵੇਚਦੇ ਰਹਿੰਦੇ ਆ, ਵੇਚਦੇ ਆ, ਖਰੀਦਦੇ ਆ। ਜਦੋਂ ਗੱਡੀਆਂ, ਮੋਟਰਸਾਈਕਲ ਅਸੀਂ ਵੇਚਦੇ ਆ ਨਾ ਜਾਂ ਖਰੀਦਦੇ ਆ ਤਾਂ ਸਿਰਫ ਇੱਕ ਐਫੀਡੇਵਿਟ ਦਾ ਸਹਾਰਾ ਲਿਆ ਜਾਂਦਾ ਕਿ ਇੱਕ ਐਫੀਡੇਵਿਟ ਦੇ ਉੱਪਰ ਗੱਡੀ ਖਰੀਦ ਦਿੱਤੀ ਜਾਂਦੀ ਹੈ, ਇੱਕ ਐਫੀਡੇਵਿਟ ਦੇ ਉੱਪਰ ਵੇਚ ਦਿੱਤੀ ਜਾਂਦੀ ਹੈ। ਹਾਲਾਂਕਿ ਮੈਂ ਵੀ ਆਪਦੀ ਜ਼ਿੰਦਗੀ ਦੇ ਵਿੱਚ ਇੱਦਾਂ ਦਾ ਕੁਛ ਕੀਤਾ, ਪਰ ਮੇਰੀ ਮਿੱਤਰਤਾ ਜਦੋਂ ਮਨੀਸ਼ ਹੋਰਾਂ ਦੇ ਨਾਲ ਵਧੀ ਤਾਂ ਮਨੀਸ਼ ਹੋਰਾਂ ਨੇ ਮੈਨੂੰ ਇੱਕ ਚੀਜ਼ ਦੱਸੀ ਕਿ ਇਹ ਚੀਜ਼ ਕਿੰਨੀ ਕੁ ਗਲਤ ਆ ਕਿ ਜੇਕਰ ਅਸੀਂ ਐਫੀਡੇਵਿਟ ਦੇ ਉੱਪਰ ਆਪਣੀ ਚੀਜ਼ ਵੇਚ ਦਿੰਦੇ ਹਾਂ ਤਾਂ ਉਹਦੇ ਨਾਲ ਸਾਨੂੰ ਕੀ ਹੋ ਸਕਦਾ, ਭੁਗਤਾਨ ਕਿੰਨਾ ਕਰਨਾ ਪੈ ਸਕਦਾ, ਕਿਸ ਹੱਦ ਤੱਕ ਕਰਨਾ ਪੈ ਸਕਦਾ। ਤਾਂ ਮੈਂ ਸੋਚਿਆ ਕਿ ਇਹ ਜਾਣਕਾਰੀ ਜਿਹੜੀ ਆ ਸਰੋਤਿਆਂ ਦੇ ਰੂਬਰੂ ਜ਼ਰੂਰ ਕੀਤੀ ਜਾਵੇ, ਸਾਂਝੀ ਜ਼ਰੂਰ ਕੀਤੀ ਜਾਵੇ, ਤਾਂ ਜੋ ਹਰ ਇੱਕ ਅਵੇਅਰ ਹੋ ਸਕੇ, ਜਾਣਕਾਰੀ ਮਿਲ ਸਕੇ ਕਿ ਕਿਉਂ। ਕਿਉਂਕਿ ਜੇਕਰ 100 ਲੋਕ ਜਿਹੜੇ ਆ ਕੋਈ ਚੀਜ਼ਾਂ ਖਰੀਦਦੇ ਵੇਚਦੇ ਆ ਨਾ, ਤਾਂ ਮੈਨੂੰ ਲੱਗਦਾ ਮੈਂ ਤਾਂ ਇਹੀ ਕਹੂੰਗਾ ਕਿ 100 ਦੇ ਵਿੱਚੋਂ 100 ਹੀ ਇਹ ਜਿਹੜੇ ਐਫੀਡੇਵਿਟ ਹੀ ਵੇਚ ਦਿੰਦੇ ਆ। ਪਰ ਅਸਲ ਦੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਨਹੀਂ ਕਰਨੀ ਚਾਹੀਦੀ। ਕਿਉਂ, ਕੀ ਤੱਥ ਨੇ, ਉਹਨਾਂ 'ਤੇ ਗੱਲਬਾਤ ਰਹੇਗੀ। ਮੇਰੇ ਨਾਲ ਮਨੀਸ਼ ਬਾਈ ਆ, ਪਹਿਲਾਂ ਮਨੀਸ਼ ਬਾਈ ਦਾ ਸਵਾਗਤ ਕਰਦੇ ਹਾਂ, ਫਿਰ ਅਗਲੀ ਗੱਲ ਵੱਲ ਵਧਾਂਗੇ। ਮਨੀਸ਼ ਬਾਈ ਸਤਿ ਸ਼੍ਰੀ ਅਕਾਲ। ਮਨੀਸ਼ ਬਾਈ, ਜਿਵੇਂ ਮੈਂ ਗੱਲ ਕੀਤੀ ਆ ਕਿ ਐਫੀਡੇਵਿਟ ਦੀ, ਜਦੋਂ ਅਸੀਂ ਕਿਤੇ ਕਿਸੇ ਡੀਲਰ ਕੋਲੇ ਚਲੇ ਜਾਂਦੇ ਆ ਜਾਂ ਕਿਤੇ ਪਿੰਡ 'ਚੋਂ ਮੋਟਰਸਾਈਕਲ ਲੈਣ, ਸ਼ਹਿਰ 'ਚੋਂ ਮੋਟਰਸਾਈਕਲ ਲੈਣ ਚਲੇ ਜਾਂਦੇ ਆ, 500 ਰੁਪਈਆ ਸਵਾਈ ਫੜਾਉਣੇ ਆ, 1000 ਰੁਪਈਆ ਸਾਈ ਫੜਾਉਣੇ ਆ, ਮੋਟਰਸਾਈਕਲ ਦੀ ਕਿੱਕ ਮਾਰ ਕੇ ਗੱਡੀ ਦਾ ਸੈਲਫ ਮਾਰ ਕੇ ਕਿਹਨਾਂ ਘਰੇ ਲੈ ਆਉਣੇ ਆ, ਐਫੀਡੇਵਿਟ ਵੀ ਬਾਅਦ 'ਚ ਹੀ ਦੇਖਦੇ ਆ। ਇਹ ਚੀਜ਼ ਤੁਸੀਂ ਮੈਨੂੰ ਦੱਸਿਆ ਗਲਤ ਆ, ਗਲਤ ਕਿਉਂ ਆ, ਡਿਟੇਲ 'ਚ ਦੱਸਿਓ। ਇਹ ਜਸ ਬਈ ਸਭ ਤੋਂ ਜ਼ਿਆਦਾ ਇਹ ਨੁਕਸਾਨ ਦੇ ਉਹਨਾਂ ਲਈ ਹੈ ਜਿਹੜੇ ਵਹੀਕਲ ਵੇਚਦੇ ਆ। ਮੰਨ ਲਓ ਮੈਂ ਤੁਹਾਨੂੰ ਆਪਣੀ ਘਰ ਦੇ ਵਿੱਚ ਚੱਲਣ ਵਾਲੀ ਕਾਰ ਜਾਂ ਮੋਟਰਸਾਈਕਲ ਮੈਂ ਤੁਹਾਨੂੰ ਵੇਚਣਾ ਹੈ, ਮੈਂ ਇੱਕ ਰਿਪੋਰਟ ਪੜ੍ਹੀ, ਉਹਦੇ ਵਿੱਚ ਮੈਨੂੰ ਖੁਲਾਸਾ ਹੋਇਆ ਕਿ 60 ਤੋਂ 70% ਇੰਡੀਆ ਦੇ ਵਿੱਚ ਟੋਟਲ ਜਿਹੜੇ ਚੱਲਣ ਵਾਲੇ ਵਹੀਕਲ ਨੇ ਉਹਨਾਂ ਦੀ ਐਵਰੇਜ 60 ਤੋਂ 70% ਨਾ ਕਿਸੇ ਹੋਰ ਦੇ ਨੇ, ਚਲਾ ਉਹਨਾਂ ਨੂੰ ਕੋਈ ਹੋਰ ਰਿਹਾ। ਅੱਛਾ ਜੀ। ਮਤਲਬ ਕਿ ਜਿਵੇਂ ਮੈਂ ਤੁਹਾਨੂੰ ਵੇਚਤਾ ਨਾ, ਹਾਲੇ ਮੇਰੀ ਹੈ, ਚਲਾ ਤੁਸੀਂ ਰਹੇ ਹੋ, ਹੁਣ ਦਾ ਬਾਈ ਦਾ ਵੇ ਤੁਹਾਡੇ ਕੋਲੋਂ ਐਕਸੀਡੈਂਟ ਹੋ ਗਿਆ ਜਾਂ ਤੁਸੀਂ ਨਸ਼ਾ ਤਸਕਰ ਹੋ, ਤੁਸੀਂ ਮੇਰੇ ਵਹੀਕਲ ਨੂੰ ਗਲਤ ਯੂਜ਼ ਕੀਤਾ, ਨਸ਼ਾ ਤਸਕਰੀ ਦੇ ਵਿੱਚ ਯੂਜ਼ ਕੀਤਾ, ਬੈਂਕ ਡਕੈਤੀ ਦੇ ਵਿੱਚ ਯੂਜ਼ ਕੀਤਾ, ਤਾਂ ਪੁਲਿਸ ਦੇ ਡਰੋਂ ਜਾਂ ਜਿਵੇਂ ਵੀ ਹੈ ਤੁਸੀਂ ਆਪਣਾ ਮੰਨ ਲਓ ਮੇਰਾ ਵਹੀਕਲ ਟਰੇਸ ਹੋ ਗਿਆ, ਤੁਸੀਂ ਕੋਈ ਗਲਤ ਕੰਮ ਕੀਤਾ, ਤਾਂ ਹੁਣ ਤਾਂ ਸਾਰਾ ਕੁਝ ਆਨਲਾਈਨ ਪਿਆ। ਬਿਲਕੁਲ 1 ਮਿੰਟ ਦੇ ਵਿੱਚ ਪਤਾ ਲੱਗ ਜਾਂਦਾ, ਵਿਦਿਨ 1 ਮਿੰਟ, ਕਿ ਵਹੀਕਲ ਕਿਹਦੇ ਨਾਮ ਤੇ ਹੈ। ਬਿਲਕੁਲ ਇਸ ਵਹੀਕਲ ਦਾ ਓਨਰ ਕੌਣ ਹੈ, ਆਰਟੀਓ ਕਿਹੜੇ ਆਰਟੀਓ ਤੋਂ ਇਹ ਦੀ ਆਰਸੀ ਬਣੀ ਹੋਈ ਹੈ, 1 ਮਿੰਟ 'ਚ ਪਤਾ ਲੱਗ ਜਾਂਦਾ। ਮੰਨ ਲਓ ਤੁਸੀਂ ਗਲਤ ਕ੍ਰਾਈਮ ਕੀਤਾ ਜਾਂ ਤੁਸੀਂ ਕੁਝ ਵੀ ਕੀਤਾ, ਤਾਂ ਮੇਰਾ ਨੰਬਰ ਟਰੇਸ ਹੋ ਗਿਆ, ਮੰਨ ਲਓ ਕਾਰ ਦਾ ਨੰਬਰ ਟਰੇਸ ਹੋ ਗਿਆ। ਜਦੋਂ ਕਾਰ ਦਾ ਨੰਬਰ ਟਰੇਸ ਹੋਇਆ, ਨਾ ਕਿਹਦੇ ਤੇ ਹੈ, ਤਾਂ ਉਹ ਮੇਰੇ ਨਾਮ ਤੇ ਸੀਗਾ। ਬਿਲਕੁਲ
ਹੁਣ ਮੈਨੂੰ ਇਹ ਦੱਸੋ, ਜਿਹੜਾ ਆਪਾਂ ਐਫੀਡੇਵਿਟ ਵੇਚਦੇ ਆ, ਆਪਾਂ ਐਫੀਡੇਵਿਟ ਕਿਤੇ ਆਨਲਾਈਨ ਹੁੰਦਾ? ਨਹੀਂ, ਬਿਲਕੁਲ ਨਹੀਂ ਆਨਲਾਈਨ ਹੁੰਦਾ। ਹਾਲੇ ਵੀ ਕੋਟਾ ਚਲੇ ਜਾਓ, ਕਚਹਿਰੀਆਂ ਦੇ ਵਿੱਚ ਚਲੇ ਜਾਓ, ਕਚਹਿਰੀਆਂ ਦੇ ਵਿੱਚ ਜਿੰਨੇ ਵੀ ਲੋਕ ਵਹੀਕਲ ਵੇਚਦੇ ਆ ਉਹ ਅਕਸਰ ਹੀ ਸਾਰੇ ਤਕਰੀਬਨ ਹੀ ਮੈਂ ਕਹਾਂ ਤਾਂ ਜਿਵੇਂ ਤੁਸੀਂ ਗੱਲ ਕੀਤੀ 100 ਦੇ ਵਿੱਚ 100 ਦੇ 100 ਐਫੀਡੇਵਿਟ ਹੀ ਵੇਚ ਕੇ ਭੁੱਲ ਜਾਂਦੇ ਆ ਕਿ ਤੁਹਾਨੂੰ ਪਤਾ ਐਫੀਡੇਵਿਟ ਵੈਲਿਡ ਹੈ ਜਾਂ ਨਹੀਂ ਵੈਲਿਡ ਹੈ। ਮੋਟਰ ਵਹੀਕਲ ਸੈਕਸ਼ਨ 2 ਸਬਸੈਕਸ਼ਨ 30 ਇਹ ਕਹਿੰਦੇ ਕਿ ਵਹੀਕਲ ਦਾ ਅਸਲ ਮਾਲਕ ਉਹ ਹੈ ਜਿਹਦੇ ਨਾਮ ਤੇ ਵਹੀਕਲ ਹੈ। ਤੁਸੀਂ ਵਹੀਕਲ ਚਾਹੇ 10 ਜਗ੍ਹਾ ਤੇ ਵੇਚਦਾ, ਪਰ ਜੇ ਉਹਦੇ ਕੋਲ ਕੋਈ ਐਕਸੀਡੈਂਟ ਹੋ ਗਿਆ ਜਾਂ ਉਹਦੇ ਕੋਲ ਕੋਈ ਕ੍ਰਿਮੀਨਲ ਐਕਟੀਵਿਟੀ ਆਊਗੀ, ਜਦੋਂ ਰਿਕਾਰਡ ਚੈੱਕ ਹੋਊਗਾ ਵਹੀਕਲ ਕਿਹਦੇ ਨਾਮ ਤੇ ਤੁਹਾਡਾ ਨਿਕਲਣਾ, ਨਾ ਮੇਰਾ ਨਿਕਲਣਾ। ਹੁਣ ਪੁਲਿਸ ਮੇਰਾ ਦਰਵਾਜ਼ਾ ਆ ਕੇ ਖੜਖੜਾਊਗੀ, ਉਹ ਤੁਹਾਡਾ ਨਹੀਂ ਖੜਖੜਾਊਗੀ। ਮੈਨੂੰ ਪਤਾ ਹੀ ਨਹੀਂ ਮੇਰੇ ਵਹੀਕਲ ਨਾਲ ਹੋ ਕੀ ਗਿਆ, ਉਹ ਤਾਂ ਫਿਰ ਪੁਲਿਸ ਆ ਕੇ ਦੱਸੂਗੀ ਨਾ ਤੇਰੇ ਵਹੀਕਲ ਨਾਲ ਆ ਕੰਮ ਹੋ ਗਿਆ। ਬਹੁਤ ਸਾਰੇ ਕੇਸ ਅਜਿਹੇ ਨੇ ਕਿ ਜਿਹਦੇ ਵਿੱਚ ਚਲੋ ਕ੍ਰਿਮੀਨਲ ਐਕਟੀਵਿਟੀ ਤਾਂ ਤੁਸੀਂ ਛੱਡ ਦਿਓ, ਐਕਸੀਡੈਂਟ ਕੇਸ ਹੋਏ। ਮੰਨ ਲਓ ਮੈਂ ਤੁਹਾਨੂੰ ਵਹੀਕਲ ਵੇਚਿਆ, ਤੁਹਾਡੇ ਤੋਂ ਐਕਸੀਡੈਂਟ ਹੋ ਗਿਆ, ਹਜ਼ਾਰਾਂ ਹੀ ਆ, ਤੁਸੀਂ ਫੇਸਬੁੱਕ ਤੇ ਦੇਖ ਲਓ, ਲੋਕ ਰੋਂਦੇ ਆ ਕਿ ਕਦੇ ਵੀ ਕਿਸੇ ਨੂੰ ਐਫੀਡੇਵਿਟ ਤੇ ਵਹੀਕਲ ਨਾ ਵੇਚੋ, ਕਿਉਂਕਿ ਐਕਸੀਡੈਂਟ ਕਿਹਨੇ ਕੀਤਾ, ਮੌਤ ਕਿਹਨੇ ਕੀਤੀ, ਪਰ ਜਿਹੜਾ ਕਲੇਮ ਸੀ ਉਹ ਕਲੇਮ ਕਿਹਨੂੰ ਪਿਆ, ਜਿਹਦੇ ਨਾਮ ਤੇ ਵਹੀਕਲ ਸੀ। ਉਹ ਕਲੇਮ ਚਾਹੇ 12 ਲੱਖ ਸੀ, 20 ਲੱਖ ਸੀ, ਜਿੰਨਾ ਵੀ ਸੀ, ਉਹ ਜਿਹਦੇ ਨਾਮ ਤੇ ਵਹੀਕਲ ਹੈ ਉਹਨੂੰ ਪੈਂਦਾ। ਹੁਣ ਗੱਲਾਂ ਫਿਰ ਇੱਥੇ ਆ ਗਿਆ, ਅਸੀਂ ਕੀ ਕਰਦੇ ਹਾਂ ਕਿ ਅੱਜ ਕੱਲ੍ਹ ਨਾ ਜਸਵੀਰ ਫੇਸਬੁੱਕ ਤੇ ਹੋਰ ਵੀ ਬਹੁਤ ਸਾਰੀਆਂ ਨਾ ਸੰਦਾਂ ਦੇ ਵੇਚਣ ਖਰੀਦਣ ਵਾਲੀਆਂ ਐਪਾਂ ਬਣੀਆਂ ਹੋਈਆਂ ਨੇ। ਬਿਲਕੁਲ ਬਿਲਕੁਲ। ਉੱਥੇ ਲੋਕ ਬਹੁਤ ਸਾਰੇ ਆਪਣੇ ਵਹੀਕਲ ਪਾਉਂਦੇ ਆ, ਇੰਨੇ ਕਿਲੋਮੀਟਰ ਚੱਲ ਗਿਆ, ਆਹ ਕੁਛ ਹੋ ਗਿਆ ਤੇ ਇੰਨੇ ਦਾ ਮੈਂ ਪ੍ਰਾਈਜ਼ ਹੈ। ਮੰਨ ਲਓ ਜਿਵੇਂ ਹੁਣ ਮੈਂ ਉਹ ਐਪ ਜੁਆਇਨ ਕੀਤੀ ਜਾਂ ਕੁਛ ਵੀ ਕੀਤਾ, ਮੈਂ ਉਹਦੇ ਤੇ ਪਾਤਾ ਕਿ ਆਹ ਮੇਰੀ ਗੱਡੀ ਹੈ, ਆਹ ਕਲਰ ਹੈ, ਇੰਨੇ ਕਿਲੋਮੀਟਰ ਚੱਲ ਗਈ ਤੇ ਮੈਂ ਇੰਨੀ ਦੀ ਵੇਚਣੀ, ਮੈਂ ਉੱਪਰ ਨੰਬਰ ਆਪਦਾ ਲਿਖਤਾ। ਮੰਨ ਲਓ ਮੈਨੂੰ ਇੱਕ ਫੋਨ ਆਉਂਦਾ ਕਿ ਤੁਹਾਡਾ ਵਹੀਕਲ ਸਾਨੂੰ ਚਾਹੀਦਾ, ਅਸੀਂ ਖਰੀਦਣਾ ਚਾਹੁੰਦੇ ਹਾਂ, ਤੇ ਮੈਂ ਕਹੂੰਗਾ ਆਜੋ ਜੀ, ਮੈਂ ਤਾਂ ਵੇਚਣ ਖਾਤਰ ਹੀ ਪਾਇਆ ਹੋਇਆ, ਠੀਕ ਹੈ, ਮੈਂ ਤੁਹਾਨੂੰ ਜਾਣਦਾ ਨਹੀਂ ਜੈਸੀ ਤੁਸੀਂ ਕੌਣ ਹੋ, ਕਿੱਥੇ ਰਹਿੰਦੇ ਹੋ, ਮੈਨੂੰ ਬਸ ਤੁਹਾਡਾ ਜਸਟ ਫੋਨ ਆਇਆ, ਮੈਂ ਕਹਾਂਗੇ ਜੀ ਆਜੋ। ਉਹ ਇੱਕ ਦਿਨ ਆਇਆ, ਅਸੀਂ ਉਹੀ 50 ਰੁਪਏ ਦਾ ਸਟਾਮ ਵਾਲਾ ਜਿਹੜਾ ਐਫੀਡੇਵਿਟ ਸੀਗਾ ਉਹ ਲਾਇਆ ਕਿ ਅੱਜ ਤੋਂ ਬਾਅਦ ਜੋ ਵੀ ਵਹੀਕਲ ਦੀ ਜ਼ਿੰਮੇਵਾਰੀ ਹੈ ਇਹਦੀ ਹੈ। ਪਰ ਜਿਹੜੇ ਉਹਨੇ ਨਾਲ ਆਪਦੇ ਪ੍ਰੂਫ ਲਾਏ, ਜੋ ਵੀ ਲਾਇਆ, ਆਧਾਰ ਕਾਰਡ ਲਾਇਆ ਜਾਂ ਕੁਝ ਵੀ ਲਾਇਆ, ਤੁਸੀਂ ਕਦੇ ਚੈੱਕ ਕਰਾਇਆ ਕਿ ਇਹ ਪਤੇ ਤੇ ਉਹ ਬੰਦਾ ਰਹਿੰਦਾ ਜਾਂ ਨਹੀਂ ਰਹਿੰਦਾ? ਮੈਂ ਉਹਨੂੰ ਵਹੀਕਲ ਭੇਜਤਾ, ਮੈਂ ਉਹਨੂੰ ਨਾਲ ਆਪਦੀ ਵਹੀਕਲ ਵੀ ਦੇਤਾ, ਆਰਸੀ ਵੀ ਦੇਤੀ। ਹੁਣ ਉਹ ਬੰਦੇ ਨੇ ਇਹੋ ਜਿਹੇ ਬਹੁਤ ਗਲਤ ਕੰਮ ਹੋਈ ਜਾਂਦੇ ਨੇ, ਹੋ ਰਹੇ ਆ। ਉਹਨੇ ਮੇਰਾ ਵਹੀਕਲ ਜਾ ਕੇ ਕੋਈ ਕ੍ਰਿਮੀਨਲੀ ਉਹਨੂੰ ਪਤਾ, ਨਾਲੇ ਉਸ ਬੰਦੇ ਨੂੰ ਇਸ ਗੱਲ ਦਾ ਸ਼ਾਇਦ ਤੱਕ ਪਤਾ ਹੋਏ ਕਿ ਜੇ ਗਲਤੀ ਮੈਂ ਕਰੂੰਗਾ ਫਸਣਾ ਤੇ ਨਹੀਂ ਆ, ਉਹ ਖੁੱਲੇਆਮ ਕੰਮ ਕਰੇਗਾ ਇਹ। ਉਹਨੇ ਮੇਰੇ ਵਹੀਕਲ ਨਾਲ ਕੋਈ ਗਲਤ ਇਸਤੇਮਾਲ ਕੀਤਾ ਤੇ ਨੰਬਰ ਟਰੇਸ ਹੋ ਗਿਆ, ਪੁਲਿਸ ਮੇਰੇ ਘਰੇ ਆ ਗਈ ਕਿ ਤੇਰੇ ਵਹੀਕਲ ਨਾਲ ਆ ਗਲਤ ਕੰਮ ਹੋ ਗਿਆ। ਮੈਂ ਕਹੂੰਗਾ ਜੀ ਮੈਂ ਤਾਂ ਵਹੀਕਲ ਵੇਚਿਆ ਸੀਗਾ, ਆ ਇਹਦਾ ਐਫੀਡੇਵਿਟ ਪਿਆ, ਚਲੋ ਪੁਲਿਸ ਮੰਨ ਗਈ, ਠੀਕ ਹੈ, ਪਰ ਕੋਰਟ ਨਹੀਂ ਮੰਨਦੀ ਇਸ ਚੀਜ਼ ਨੂੰ, ਐਫੀਡੇਵਿਟ ਨੂੰ। ਮੈਂ ਸੁਣਿਆ ਕੋਰਟ ਨਹੀਂ ਮੰਨਦੀ। ਅੱਛਾ, ਪੁਲਿਸ ਤਾਂ ਮੰਨਦੀ ਹੈ, ਪੁਲਿਸ ਤਾਂ ਮੰਨਦੀ ਹੈ। ਚਲੋ ਮੰਨ ਲਓ ਠੀਕ ਹੈ, ਮੇਰੇ ਕਹਿਣ ਤੇ ਮੋਹਤਬਰ ਬੰਦਿਆਂ ਦੇ ਕਹਿਣ ਤੇ ਉਹ ਕਹੂਗੇ ਜੀ, ਮੰਨ ਲਓ ਮੇਰੇ ਪਿੰਡ ਦੇ ਕਹਿਣਗੇ ਇਹ ਤਾਂ ਮੁੰਡਾ ਹੀ ਨਹੀਂ ਹੈਗਾ ਜੀ ਇਹੋ ਜਿਹਾ, ਚਲੋ ਪੁਲਿਸ ਮੰਨ ਗਈ, ਚਲੋ ਠੀਕ ਹੈ। ਉਹ ਦੱਸਿਆ ਕਿ ਆ ਪਤੇ ਆ ਨਾ ਆ ਪਤਾ ਹੈ। ਜਦੋਂ ਪਤੇ ਤੇ ਪੁਲਿਸ ਪਹੁੰਚੀ, ਉਸ ਪਤੇ ਤੇ ਨਾਮ ਦਾ ਕੋਈ ਬੰਦਾ ਹੀ ਨਹੀਂ ਰਹਿੰਦਾ, ਕੀ ਕਰ ਲੋਗੇ ਤੁਸੀਂ ਉੱਥੇ? ਪੁਲਿਸ ਚਾਹ ਕੇ ਵੀ ਤੁਹਾਡੀ ਮਦਦ ਨਹੀਂ ਕਰ ਸਕਦੀ। ਜਦੋਂ ਕੋਰਟ ਦੇ ਵਿੱਚ ਕੇਸ ਚਲੇ ਗਿਆ, ਤੁਹਾਡੇ ਹੱਥ ਦੇ ਵਿੱਚ ਕੁਝ ਨਹੀਂ ਰਹਿ ਜਾਂਦਾ, ਪੁਲਿਸ ਤੁਹਾਡੀ ਚਾਹ ਕੇ ਵੀ ਮਦਦ ਨਹੀਂ ਕਰ ਸਕਦੀ ਉਸ ਨੂੰ। ਬਹੁਤ ਸਾਰੇ ਇਹੋ ਜਿਹੇ ਕੇਸ ਹੋਏ ਨੇ ਕਿ ਜਿਹੜਾ ਵਹੀਕਲ ਲੈ ਕੇ ਗਿਆ। ਹੁਣ ਵੇਖੋ ਮੋਹਾਲੀ ਪੁਲਿਸ ਨੇ ਜਿਹੜਾ ਐਜੂਕੇਸ਼ਨ ਸਕੈਂਡਲ ਫੜਿਆ ਸੀ, ਕਿੰਨੇ ਜਾਲੀ ਕੇਸ ਪਤਾ ਹੀ ਨਹੀਂ ਲਾ ਸਕਦਾ। ਅੱਜ ਕੱਲ੍ਹ ਤਾਂ ਲੋਕ ਵਹੀਕਲ ਦੀਆਂ ਆਰਸੀਆਂ ਵੀ ਵੀਰ ਜੀ ਗਲਤ ਬਣਵਾ ਰਹੇ ਨੇ, ਲਾਇਸੈਂਸ ਵੀ ਗਲਤ ਬਣਵਾ ਰਹੇ ਨੇ, ਸਰਟੀਫਿਕੇਟ ਗਲਤ ਬਣ ਜਾਂਦੇ ਨੇ। ਤੇ ਫਿਰ ਜਿਹੜੇ ਆਧਾਰ ਕਾਰਡ ਨੇ, ਇਹ ਕਿੱਡੀ ਕੁ ਚੀਜ਼ ਹੈ, ਇੱਕ ਮਿੰਟ ਦੀ ਖੇਡ ਹੈ, ਤੁਸੀਂ ਇਹਨੂੰ ਪ੍ਰਿੰਟ ਕਰ ਲਓ। ਲੋਕ ਗਲਤ ਕੰਮ ਕਰਨ ਵਾਲੇ ਪ੍ਰਿੰਟ ਬਥੇਰੇ ਕਰ ਲੈਂਦੇ ਆ। ਹੁਣ ਅਸੀਂ ਪਿੰਡਾਂ ਦੇ ਲੋਕ ਭੋਲੇ ਭਾਲੇ, ਸਾਨੂੰ ਕੀ ਮਤਲਬ ਚੈੱਕ ਚੁੱਕ ਕਰਾਉਣ ਨਾਲ, ਅਸੀਂ ਤਾਂ ਵੇਖ ਲਿਆ ਜੀ ਆਧਾਰ ਕਾਰਡ, ਅਸੀਂ ਵਹੀਕਲ ਵੇਚਤਾ। ਵੀਰ ਜੀ ਮੈਂ ਤੁਹਾਡੇ ਇੱਕ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਿ ਅਨਨੋਨ ਬੰਦਾ ਜਿਹਨੂੰ ਤੁਸੀਂ ਵਹੀਕਲ ਵੇਚਣਾ, ਕਦੇ ਵੀ ਉਹਨੂੰ ਐਫੀਡੇਵਿਟ ਤੇ ਵਹੀਕਲ ਨਾ ਦਿਓ। ਬਾਈ ਦਾ ਪਹਿਲੀ ਗੱਲ ਤਾਂ ਦੇਣਾ ਹੀ ਨਹੀਂ ਚਾਹੀਦਾ, ਕਿਉਂਕਿ ਦੇਖੋ ਅਸੀਂ ਵਹੀਕਲ, ਕਈ ਬੰਦੇ ਕਹਿੰਦੇ ਨੇ, ਮੈਂ ਪੁੱਛਦਾ ਨਾ ਐਫੀਡੇਵਿਟ ਕਿੰਨੇ ਟਾਈਮ ਲਈ ਵੈਲਿਡ ਹੈ, ਉਹ ਕਹਿੰਦੇ ਨੇ ਕੋਈ ਕਹੂਗਾ 1 ਮਹੀਨੇ ਲਈ ਵੈਲਿਡ ਹੈ, ਕੋਈ ਕਹਿੰਦਾ 3 ਮਹੀਨੇ ਲਈ ਵੈਲਿਡ ਹੈ, ਕੋਈ ਕਹਿੰਦਾ 6 ਮਹੀਨੇ ਲਈ ਵੈਲਿਡ ਹੈ। ਚਲੋ ਸ਼ੁਕਰ ਹੈ ਉਹਨਾਂ ਨੂੰ ਇਸ ਗੱਲ ਦਾ ਤਾਂ ਪਤਾ ਨਾ 1 ਮਹੀਨੇ ਲਈ ਵੈਲਿਡ ਹੈ। ਪਰ ਆਪਾਂ ਤਾਂ ਵਹੀਕਲ ਜਦੋਂ ਮੰਨ ਲਓ ਪਿੰਡਾਂ ਦੇ ਵਿੱਚ ਚੱਲਣ ਵਾਲੇ ਮੋਟਰਸਾਈਕਲ ਅਸੀਂ ਤਾਂ ਵੇਚ ਕੇ ਭੁੱਲ ਜਾਂਦੇ ਹਾਂ। ਬਿਲਕੁਲ ਸਹੀ ਗੱਲ। ਅਸੀਂ ਤਾਂ ਵੇਚ ਕੇ ਭੁੱਲ ਗਏ
ਸਾਨੂੰ ਇਹ ਨਹੀਂ ਪਤਾ ਕਿ ਸਾਡਾ ਵਹੀਕਲ ਕਿਹਦੇ ਕੋਲੇ ਚੱਲ ਰਿਹਾ। ਸ਼ਾਇਦ ਤੱਕ ਕਿ ਅੱਜ ਤੁਹਾਡੇ ਮੈਂ ਜਾਂ ਦਵਾਇਆ ਹੋਊਗਾ, ਤੁਹਾਡੇ ਕੋਲੇ ਮੋਟਰਸਾਈਕਲ ਸੀ, ਉਹ ਤੁਸੀਂ ਵੇਚਿਆ ਹੋਇਆ, ਉਹ ਤੁਹਾਡੇ ਨਾਂ ਤੇ ਹੈਗਾ। ਮਨ ਦੇ ਵਿੱਚ ਡਰ ਨਹੀਂ, ਮੈਂ ਤੁਹਾਨੂੰ ਡਰ ਨਹੀਂ ਪਾ ਰਿਹਾ, ਮੈਂ ਤੁਹਾਨੂੰ ਡਰ ਦੇ ਵਿੱਚੋਂ ਕੱਢ ਰਿਹਾ, ਕਿਉਂਕਿ ਸੱਚਾਈ ਹੈ। ਮੈਂ ਬੋਲਣ ਤੋਂ ਪਹਿਲਾਂ ਗਰੇਜ ਕਰਦਾ ਸੀਗਾ, ਪਰ ਜਿਹੜੀ ਸੱਚਾਈ ਹੈ ਤੁਸੀਂ ਉਸ ਸੱਚਾਈ ਨੂੰ ਲੁਕੋ ਨਹੀਂ ਸਕਦੇ। ਬਿਲਕੁਲ। ਹੁਣ ਦੇਖੋ ਬਹੁਤ ਬੰਦਿਆਂ ਤੇ ਮੈਂ ਕਹਿੰਦਾ ਮੇਰੇ ਕਿਸੇ ਵੀ ਭੈਣ ਭਰਾ ਦਾ, ਕਿਸੇ ਵੀ ਮੇਰੇ ਦੋਸਤ ਦਾ ਨੁਕਸਾਨ ਨਾ ਹੋਵੇ। ਹੁਣ ਤੁਸੀਂ ਵਹੀਕਲ ਵੇਚਤਾ, ਉਹਦੇ ਤੋਂ ਵੀਰ ਜੀ ਐਕਸੀਡੈਂਟ ਵੀ ਹੋ ਗਿਆ ਨਾ, ਉਹ ਐਕਸੀਡੈਂਟ ਦਾ ਇੱਕ ਤਰ੍ਹਾਂ ਦਾ ਤੁਹਾਨੂੰ ਹੀ ਉਹਦਾ ਹਰਜਾਨਾ। ਮੈਂ ਬਹੁਤ ਸਾਰੇ ਕੇਸ ਅਜਿਹੇ ਵੇਖੇ ਨੇ ਜਿਹਦੇ ਵਿੱਚ ਐਫੀਡੇਵਿਟ ਵਾਲੇ ਨੂੰ ਹੀ ਕਲੇਮ ਪਿਆ, ਚਾਹੇ ਉਹ ਕਲੇਮ 15 ਲੱਖ ਦਾ ਪੈ ਜਾਏ, ਚਾਹੇ 20 ਲੱਖ ਦਾ ਪੈ ਜਾਏ। ਚਲੋ ਹੁਣ ਮੈਂ ਇੱਕ ਪਾਸੇ ਮੰਨਦਾ ਕਿ ਐਫੀਡੇਵਿਟ ਵੈਲਿਡ ਹੈ, ਇੱਕ ਪਾਸੇ ਮੈਂ ਮੰਨਦਾ ਕਿ ਐਫੀਡੇਵਿਟ ਵੈਲਿਡ ਨਹੀਂ ਹੈਗਾ। ਹੁਣ ਤੁਸੀਂ ਆਪਣੇ ਜਿੰਨੇ ਵੀ ਵਹੀਕਲ ਵੇਚਣਾ ਉਹ ਬਈ ਆਪਦਾ ਪੁੱਛ-ਗਿੱਛ ਕੇ ਵੇਚੋ, ਕਿਸੇ ਚੰਗੇ ਵਕੀਲ ਦੀ ਸਲਾਹ ਲੈ ਲਓ, ਮੇਰੇ ਤੇ ਨਾ ਰਹੋ ਤੁਸੀਂ, ਠੀਕ ਹੈ। ਤੁਸੀਂ ਆਪਦੇ ਵੀ ਵਿਚਾਰ ਕਰੋ, ਪ੍ਰਮਾਤਮਾ ਨੇ ਸਭ ਨੂੰ ਦਿਮਾਗ ਦਿੱਤਾ, ਮੈਂ ਤੁਹਾਨੂੰ ਇੱਕ ਰਾਹ ਦੇ ਸਕਦਾ, ਮੈਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਸਪਸ਼ਟ ਵੀ ਕਰ ਦੂੰਗਾ, ਪਰ ਮੈਂ ਜ਼ਿਆਦਾ ਗੱਲਾਂ ਸਪਸ਼ਟ ਨਹੀਂ ਕਰ ਸਕਦਾ ਕਿਉਂਕਿ ਕੁਝ ਮਜਬੂਰੀਆਂ ਹੁੰਦੀਆਂ। ਚਲੋ ਇੱਕ ਪਾਸੇ ਮੈਂ ਮੰਨਦਾ ਐਫੀਡੇਵਿਟ ਵੈਲਿਡ ਹੈ, ਇੱਕ ਪਾਸੇ ਮੈਂ ਮੰਨਦਾ ਐਫੀਡੇਵਿਟ ਵੈਲਿਡ ਨਹੀਂ ਹੈਗਾ। ਚਲੋ ਮੈਂ ਇੱਕ ਗੱਲ ਮੰਨਦਾ ਕਿ ਚਲੋ ਜੇ ਐਫੀਡੇਵਿਟ ਵੈਲਿਡ ਹੈ, ਠੀਕ ਹੈ, ਮੈਂ ਮੰਨ ਲਿਆ ਐਫੀਡੇਵਿਟ ਵੈਲਿਡ ਹੈ, ਫਿਰ ਗੱਲ ਫਿਰ ਉੱਥੇ ਆ ਗਈ, ਫਿਰ ਉਹਨੇ ਕੋਈ ਐਕਸੀਡੈਂਟ ਕਰਤਾ ਜਾਂ ਕੋਈ ਦਿੱਕਤ ਆ ਗਈ ਜਾਂ ਕੋਈ ਕ੍ਰਿਮੀਨਲੀ ਐਕਟੀਵਿਟੀ ਹੋ ਗਈ, ਵੀ ਆਰਸੀ ਮੇਰੇ ਨਾਮ ਤੇ ਆ, ਉਹਦਾ ਹਰਜਾਨਾ ਤੇ ਕਿਹੜਾ ਮੈਨੂੰ ਭਰਨਾ ਪਊਗਾ। ਚਲੋ ਪਹਿਲੀ ਗੱਲ ਤਾਂ ਮੈਂ ਬਹੁਤ ਸਾਰੇ ਸੁਣਿਆ ਕਿ ਕੋਰਟ ਇਹਨੂੰ ਨਹੀਂ ਮੰਨਦੀ। ਮੈਂ ਬਹੁਤ ਸਾਰੇ ਵੀਰਾਂ ਦੇ ਦੁੱਖ ਦਰਦ ਵੀ ਸੁਣੇ ਨੇ ਕਿ ਜਿਨ੍ਹਾਂ ਨੇ ਐਫੀਡੇਵਿਟ ਤੇ ਵਹੀਕਲ ਵੇਚਿਆ ਸੀ, ਉਹ ਕਲੇਮ ਉਹਨਾਂ ਨੂੰ ਹੀ ਭਰਨਾ ਪਿਆ, ਐਫੀਡੇਵਿਟ ਮੰਨਿਆ ਨਹੀਂ ਗਿਆ। ਜਦੋਂ ਵੀ ਅਸੀਂ ਵਹੀਕਲ ਵੇਚਦੇ ਹਾਂ ਜਸ ਜੀ, ਪ੍ਰੋਸੈਸ ਹੈ ਕਿ 1 ਮਹੀਨੇ ਦੇ ਅੰਦਰ ਅੰਦਰ ਸਾਡਾ ਵਹੀਕਲ ਟਰਾਂਸਫਰ ਹੋਣਾ ਚਾਹੀਦਾ। ਜਿਹਨੂੰ ਅਸੀਂ ਵਹੀਕਲ ਵੇਚਤਾ, ਅਸੀਂ ਕੀ ਕੀਤਾ, ਐਫੀਡੇਵਿਟ ਦੇਤਾ, ਐਫੀਡੇਵਿਟ ਦੇ ਨਾਲ ਇੱਕ 2930 ਨੰਬਰ ਫਾਰਮ ਭਰ ਕੇ ਦੇ ਦਿੰਦੇ ਆ, ਲੈ ਵੀ ਆਰਸੀ ਨਾ ਕਰਾ ਦੇ, ਨਾ ਕਰਾ ਲਈ, ਪਰ ਅਸੀਂ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਉਹਨੇ ਆਰਸੀ ਨਾ ਕਰਵਾਈ ਹੈ ਜਾਂ ਨਹੀਂ ਕਰਵਾਈ। ਠੀਕ ਹੈ, ਬਿਲਕੁਲ। ਹੁਣ ਦੇਖੋ 2930 ਨੰਬਰ ਫਾਰਮ ਭਰ ਕੇ ਦੇਣ ਨਾਲ ਆਰਸੀ ਟਰਾਂਸਫਰ ਹੋ ਜਾਂਦੀ ਹੈ। ਬਹੁਤ ਸਾਰੀਆਂ ਫਾਰਮੈਲਿਟੀਜ਼ ਚਾਹੀਦੀਆਂ ਨੇ ਉਹਦੇ ਲਈ, ਜਿਹਦੇ ਤੁਹਾਡੇ ਸਾਈਨ, ਤੁਹਾਡੇ ਪ੍ਰੂਫ ਲੱਗਦੇ ਆ, ਵਹੀਕਲ ਦਾ ਚੈਸੀ ਨੰਬਰ ਲੱਗਦਾ ਹੈ, ਇੰਜਨ ਨੰਬਰ ਲੱਗਦਾ ਹੈ। ਵਿਦਆਊਟ ਇੰਸ਼ੋਰੈਂਸ, ਪਹਿਲੀ ਗੱਲ ਤਾਂ ਅੱਜ ਜੋ ਰੂਲ ਹੈ ਮੋਟਰ ਵਹੀਕਲ ਐਕਟ ਦਾ ਕਿ ਵਿਦਆਊਟ ਇੰਸ਼ੋਰੈਂਸ, ਜੇ ਤੁਹਾਡੇ ਵਹੀਕਲ ਦਾ ਇੰਸ਼ੋਰੈਂਸ ਹੀ ਨਹੀਂ ਹੈਗਾ ਤਾਂ ਤੁਹਾਡਾ ਵਹੀਕਲ ਕਿਸੇ ਹੋਰ ਦੇ ਨਾਂ ਤੇ ਟਰਾਂਸਫਰ ਨਹੀਂ ਹੋ ਸਕਦਾ। ਉਹਦੇ ਲਈ ਇੰਸ਼ੋਰੈਂਸ ਦਾ ਹੋਣਾ ਜ਼ਰੂਰੀ ਹੈ। ਬਿਲਕੁਲ। ਘੱਟੋ ਘੱਟ 10-12 ਜਿਹੜੇ ਹੈਗੇ ਨੇ ਚੀਜ਼ਾਂ ਲੱਗਦੀਆਂ ਨੇ, ਸਾਈਨ ਸੂਨ ਲਾ ਕੇ, ਤੁਹਾਡੇ ਡਾਕੂਮੈਂਟ ਲਾ ਕੇ, ਇਹ ਚੀਜ਼ ਲਾ ਕੇ, ਪਰ ਅਸੀਂ ਤਾਂ 2930 ਨੰਬਰ ਫਾਰਮ ਭਰ ਕੇ ਦੇ ਆਏ, ਉਹ ਆਪੇ ਵਹੀਕਲ ਕਰਾ ਲੂਗਾ ਨਾ ਉਹ ਨਹੀਂ ਕਰਾਊਗਾ ਨਾ। ਸ਼ੋਰਟੀ ਨਾਲ ਕਹਿੰਦਾ ਹਾਲੇ ਵੀ ਸਾਡੇ 100 ਦੇ ਵਿੱਚੋਂ 99% 90% ਮੈਂ ਪਹਿਲੇ ਕਹਿਤਾ 60 ਤੋਂ 70% ਪੂਰੇ ਇੰਡੀਆ ਦੇ ਵਿੱਚ ਚਲਾ ਕੋਈ ਹੋ ਰਿਹਾ, ਨਾ ਕਿਸੇ ਹੋਰ ਦੇ। 1 ਮਹੀਨੇ ਦੇ ਅੰਦਰ ਅੰਦਰ ਵਹੀਕਲ ਦੀ ਆਰਸੀ ਟਰਾਂਸਫਰ ਕਰਾਉਣਾ ਜ਼ਰੂਰੀ ਹੁੰਦਾ। ਹੁਣ ਮੈਂ ਇੱਕ ਤੁਹਾਨੂੰ ਕੇਸ ਦੱਸ ਰਿਹਾ, ਇਹ ਸਾਡੀ ਸੁਪਰੀਮ ਕੋਰਟ ਦੀ ਜਿਹੜੀ ਹੈਗੀ ਉਹ ਜੱਜਮੈਂਟ ਆ। ਇਹ ਕੀ ਹੋਇਆ ਸੀਗਾ ਕਿ 2019 ਦੇ ਵਿੱਚ ਇਹ ਟਰਾਂਸਪੋਰਟ ਟੀਵੀ ਦੇ ਵਿੱਚ ਵੀਡੀਓ ਬਹੁਤ ਵਾਇਰਲ ਹੋਈ ਸੀ। ਪ੍ਰਕਾਸ਼ ਚੰਦ ਦਾਗਾ ਨਾਮ ਦਾ ਇੱਕ ਵਿਅਕਤੀ ਸੀ, 2009 ਦੇ ਵਿੱਚ ਉਹਨੇ ਆਪਣੀ ਸੈਂਟਰੋ ਕਾਰ 11 ਸਤੰਬਰ 2009 ਨੂੰ ਇੱਕ ਸਵੈਤਾ ਸ਼ਰਮਾ ਨੂੰ ਵੇਚੀ ਸੀਗੀ। ਅੱਛਾ ਜੀ। ਪਰ ਸਵੈਤਾ ਸ਼ਰਮਾ ਨੂੰ ਦੇ 1 ਮਹੀਨੇ ਦੇ ਅੰਦਰ ਅੰਦਰ ਸਵੈਤਾ ਸ਼ਰਮਾ ਤੋਂ 9 ਅਕਤੂਬਰ ਨੂੰ ਜਿਹੜਾ ਹੈਗਾ ਐਕਸੀਡੈਂਟ ਹੋਇਆ। ਵਹੀਕਲ ਵੇਚਣ ਤੋਂ 1 ਮਹੀਨੇ ਦੇ ਅੰਦਰ ਅੰਦਰ ਹੀ ਵਿੱਚ ਹੀ ਠੀਕ, ਹਾਲੇ ਆਰਸੀ ਟਰਾਂਸਫਰ ਨਹੀਂ ਹੋਈ ਸੀ, ਤਾਂ ਉਹਦੇ ਵਿੱਚ ਇੱਕ ਰਕੇਸ਼ ਸ਼ਰਮਾ ਨਾਂ ਦਾ ਬੰਦਾ ਜ਼ਖਮੀ ਹੋ ਗਿਆ। ਤਾਂ ਉਹਨੇ ਕੇਸ ਕਰਤਾ ਕਲੇਮ ਟ੍ਰਿਬਿਊਨਲ ਦੇ ਵਿੱਚ, ਤਾਂ ਉਹਦਾ ਜਿਹੜਾ ਜ਼ਖਮ ਪਾਇਆ ਸੀ 12,47,339 ਰੁਪਏ ਕਲੇਮ ਪਾਇਆ ਸੀ 7.5% ਵਿਆਜ ਨਾਲ, ਕਿ ਜਿੰਨਾ ਟਾਈਮ ਕੇਸ ਚੱਲਿਆ ਉਹਦੀ 7.5% ਵਿਆਜ ਚੱਲੂਗੀ। ਪਾਇਆ ਕਿਹਨੂੰ? ਸਵੈਤਾ ਸ਼ਰਮਾ ਨੂੰ, ਜਿਹਦੇ ਨਾਮ ਤੇ ਐਫੀਡੇਵਿਟ ਸੀ। ਪਰ ਇਹ ਤਾਂ ਦੇਖੋ 2009 ਦੀ ਗੱਲ ਹੈ, ਪਰ ਹੁਣ ਇੱਥੇ ਕਹਾਣੀ ਇੱਥੇ ਸ਼ੁਰੂ ਹੁੰਦੀ ਆ। ਹੁਣ ਉਹ ਸਵੈਤਾ ਸ਼ਰਮਾ ਥੋੜੀ ਜਿਹੀ ਪੜ੍ਹੀ ਲਿਖੀ ਸੀਗੀ, ਜਾਂ ਉਹਨੇ ਕਿਸੇ ਵਕੀਲ ਤੋਂ ਸਲਾਹ ਹੋਣੀ, ਤਾਂ ਵਕੀਲ ਨੇ ਦੱਸਤਾ ਹੋਣਾ ਕਿ ਆਰਸੀ ਕਿਹਦੇ ਨਾਮ ਤੇ, ਉਹ ਕਹਿੰਦੀ ਆਰਸੀ ਤਾਂ ਹਲੇ ਮੇਰੇ ਨਾਮ ਤੇ ਹੋਈ ਨਹੀਂ। ਉਹਨੇ ਕਹਿਤਾ ਹੋਣਾ ਕਿ ਇਸ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਦੇ। ਸਵੈਤਾ ਸ਼ਰਮਾ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਹੈਗਾ ਇਹ ਚੈਲੰਜ ਕਰਤਾ ਇਸ ਨੂੰ। ਤਾਂ ਹਾਈ ਕੋਰਟ ਨੇ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਕਲੇਮ ਟ੍ਰਿਬਿਊਨਲ ਨੇ 12,47,739 ਰੁਪਏ ਬਿਲਕੁਲ ਸਹੀ ਪਾਇਆ, ਪਰ ਇਹ ਸਵੈਤਾ ਸ਼ਰਮਾ ਨਹੀਂ ਭਰੂਗੀ। ਇਹ ਭਰੂਗਾ ਜਿਹਦੇ ਨਾਮ ਤੇ ਆਰਸੀ ਹੈ, ਜਿਹਦੇ ਨਾਮ ਤੇ ਆਰਸੀ ਹੈ, ਪ੍ਰਕਾਸ਼ ਚੰਦ ਦਾਗਾ ਭਰਨਗੇ। ਪ੍ਰਕਾਸ਼ ਚੰਦ ਦਾਗਾ ਨੇ ਉੱਥੇ ਜਿਹੜਾ ਹੈਗਾ
ਸਪਸ਼ਟੀਕਰਨ ਕੀਤਾ ਕਿ ਦੇਖੋ ਮੈਂ ਜੋ ਵੀ 1 ਮਹੀਨੇ ਦੇ ਅੰਦਰ ਅੰਦਰ ਐਕਸੀਡੈਂਟ ਹੋ ਗਿਆ, ਮੈਂ ਸਾਰੇ ਅਲਟੀਮੇਟ ਵੀ ਦੇ ਚੁੱਕਿਆ ਸੀ ਆਰਟੀਓ ਦਫ਼ਤਰ ਦੇ ਵਿੱਚ। ਹੁਣ ਇਹਦੇ ਵਿੱਚ ਕੋਈ ਦੇਰੀ ਹੋ ਗਈ, ਇਹਦੇ 'ਚ ਮੈਂ ਕੀ ਕਹਿ ਸਕਦਾ। ਪਰ ਫਿਰ ਕੀ ਹੋਇਆ, ਹਾਈ ਕੋਰਟ ਨੇ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਤੈਨੂੰ ਭਰਨਾ ਪੈਣਾ ਕਲੇਮ, ਕਿਉਂਕਿ ਜਿਸ ਸਮੇਂ ਐਕਸੀਡੈਂਟ ਹੋਇਆ ਆਰਸੀ ਤੇਰੇ ਨਾਮ ਤੇ ਸੀਗੀ। ਫਿਰ ਉਸਨੇ ਪ੍ਰਕਾਸ਼ ਰੰਧਾਵਾ ਨੇ ਸੁਪਰੀਮ ਕੋਰਟ ਦੇ ਵਿੱਚ ਇਸ ਫੈਸਲੇ ਨੂੰ ਚੈਲੰਜ ਕੀਤਾ ਤੇ ਸੁਪਰੀਮ ਕੋਰਟ ਨੇ ਵੀ ਇਹ ਮੋਹਰ ਲਾਤੀ ਕਿ ਇਹ ਪ੍ਰਕਾਸ਼ ਚੰਦ ਦਾਗਾ ਜਿਹਦੀ ਆਰਸੀ ਨਾਮ ਹੈ ਉਹਨੂੰ ਹੀ ਭਰਨਾ ਪੈਣਾ ਹੈ। 2018 ਦੇ ਵਿੱਚ ਤੁਸੀਂ ਆਖਰੀ ਫੈਸਲਾ ਆਇਆ ਸੀਗਾ, 2009 ਦੇ ਵਿੱਚ ਐਕਸੀਡੈਂਟ ਹੋਇਆ ਤੇ 2018 ਦੇ ਵਿੱਚ ਆਖਰੀ ਫੈਸਲਾ ਆਇਆ ਤੇ 7.5% ਇਹਨਾਂ ਸਾਲਾਂ ਦੇ ਵਿੱਚ ਵਿਆਜ ਵੀ ਲੱਗ ਗਈ। ਅੱਛਾ ਜੀ, ਕਿਉਂਕਿ 7.5% ਤਾਂ ਉਦੋਂ ਹੀ ਕਹਿਤਾ ਸੀ, 7.5% ਜਿਹੜੀ 9-10 ਸਾਲ ਕੇਸ ਚੱਲੇ ਦੀ ਵਿਆਜ ਵੀ ਲੱਗੀ। ਤਾਂ ਉੱਥੇ ਪ੍ਰਕਾਸ਼ ਚੰਦ ਦਾਗਾ ਜੀ ਨੇ ਕਿਹਾ ਕਿ ਦੇਖੋ ਕਿ ਮੈਂ ਜੋ ਅਲਟੀਮੇਟ ਕਰ ਸਕਦਾ ਸੀ ਮੈਂ ਅਲਟੀਮੇਟ ਕੀਤਾ ਹੋਇਆ। ਹੁਣ ਇਹਦੇ ਵਿੱਚ ਜਿਹੜੀ ਕੋਰਟ ਸੀਗੀ ਉਹ ਸੀਗੀ ਉਦੇ ਉਮੇਸ਼ ਲਲਿਤ ਜੀ ਦੀ ਜੱਜ ਸੀ, ਜਿਹੜੇ ਜਸਟਿਸ ਸੀਗੀ। ਉਹਨਾਂ ਨੇ ਕਿਹਾ ਸੀ ਕਿ ਜਿਸ ਸਮੇਂ ਐਕਸੀਡੈਂਟ ਹੋਇਆ ਉਸ ਸਮੇਂ ਆਰਸੀ ਕਿਹਦੇ ਨਾਮ ਤੇ ਸੀ? ਉਹ ਕਹਿੰਦੇ ਜੀ ਆਰਸੀ ਤਾਂ ਮੇਰੇ ਨਾਮ ਤੇ ਸੀ। ਫਿਰ ਉਹਨਾਂ ਨੇ ਕਿਹਾ ਜਿਹੜਾ ਮੋਟਰ ਵਹੀਕਲ ਸੈਕਸ਼ਨ 2 ਸਬ ਸੈਕਸ਼ਨ 30 ਹੈ ਉਹਦੇ ਮੁਤਾਬਕ ਕਿ ਜਦੋਂ ਐਕਸੀਡੈਂਟ ਹੋਇਆ ਉਸ ਸਮੇਂ ਆਰਸੀ ਤੇਰੇ ਨਾਮ ਤੇ ਸੀ। ਇਹ ਤਾਂ ਤੂੰ ਜਿਹੜੇ ਉਹ ਕੰਮ ਕੀਤੇ ਆ ਨਾ ਆਰਸੀ ਟ੍ਰਾਂਸਫਰ ਹੋਣ ਦੇ, 29-30 ਨੰਬਰ ਫਾਰਮ ਭਰ ਕੇ ਦਿੱਤਾ ਜਾਂ ਜੋ ਵੀ ਉਹਨੂੰ ਤੂੰ ਕਰਕੇ ਦਿੱਤਾ, ਉਹ ਇੱਕ ਜਸਟ ਫਾਰਮੈਲਿਟੀਜ਼ ਨੇ। ਫਾਰਮੈਲਿਟੀਜ਼ ਕਿਹਦੀਆਂ ਨੇ? ਆਰਸੀ ਟ੍ਰਾਂਸਫਰ ਹੋਣ ਦੀਆਂ। ਉਹ ਇੱਕ ਪ੍ਰੋਸੈਸ ਹੈ ਕਿ ਉਹ ਹਾਲੇ ਤੋਂ ਅੰਡਰ ਪ੍ਰੋਸੈਸ ਚੱਲ ਰਿਹਾ ਸੀ ਕਿ ਆਰਸੀ ਤਾਂ ਤੇਰੇ ਨਾਂ ਤੇ, ਉਹਦੇ ਨਾਂ ਤੇ ਸ਼ਵੇਤਾ ਸ਼ਰਮਾ ਦੇ ਨਾਮ ਤੇ ਟ੍ਰਾਂਸਫਰ ਨਹੀਂ ਹੋਈ ਸੀ ਨਾ। ਇਸ ਕਰਕੇ 12 ਲੱਖ ਜਿਹੜਾ ਹੈਗਾ ਤੈਨੂੰ ਭਰਨਾ ਪੈਣਾ 7.5% ਵਿਆਜ ਨਾਲ। ਤਾਂ ਸ਼ਾਇਦ ਤੱਕ ਕਿ ਜਿਹੜਾ ਹੈਗਾ ਉਹ 20 ਲੱਖ ਦੇ ਲਗਭਗ ਜਿਹੜਾ ਹੈਗਾ 22 ਲੱਖ ਰੁਪਏ ਤੱਕ ਦੇ ਜਿਹੜਾ ਹੈਗਾ ਉਹ ਬਣ ਗਿਆ ਹੋਵੇ ਕਿ ਜਿਸ ਸਮੇਂ ਭਾਵੇਂ ਜਿਹਦੇ ਨਾਮ ਤੇ ਵਹੀਕਲ ਹੈ ਉਹੀ ਆਰਟੀਓ ਦਫ਼ਤਰ ਦੇ ਵਿੱਚ ਜਿਹਦੇ ਨਾਮ ਤੇ ਰਿਕਾਰਡ ਹੈ ਉਹੀ ਵਹੀਕਲ ਦਾ। ਪਰ ਫਿਰ ਮਨੀਸ਼ ਭਾਈ ਇੱਕ ਚੀਜ਼ ਫਿਰ ਕੀਤੀ ਕੀ ਜਾਵੇ, ਜਦੋਂ ਹੁਣ ਅਸੀਂ ਕਿਤੇ ਵੀ ਜਾਂਦੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇਕਰ ਡੀਲਰ ਕੋਲੇ ਵੀ ਜਾਂਦੇ ਤਾਂ ਡੀਲਰ ਵੀ ਸਾਨੂੰ ਕਹਿੰਦਾ ਭਾਈ ਲੈ ਜਾਓ ਵਹੀਕਲ ਆਪਣਾ ਲੈ ਜਾਓ, ਤੇ ਥੋੜੇ ਮੋਟੇ ਫਾਰਮ ਫਿਲ ਕਰਾ ਕੇ ਕਹਿੰਦਾ ਭਾਈ ਲੈ ਜਾਓ। ਫਿਰ ਕੀਤਾ ਕੀ ਜਾਵੇ? ਹੁਣ ਬੰਦਾ ਕੋਈ ਦੇਖੋ ਹੁਣ ਆਪਾਂ ਨਵਾਂ ਮੋਟਰਸਾਈਕਲ ਖਰੀਦਣਾ ਨਾ ਜੈਸੇ ਆਪਾਂ ਨਵਾਂ ਮੋਟਰਸਾਈਕਲ ਖਰੀਦਣਾ, ਸਾਡੇ ਕੋਲ ਪੁਰਾਣਾ ਮੋਟਰਸਾਈਕਲ ਚੱਲ ਰਿਹਾ, ਅਸੀਂ ਨਵਾਂ ਮੋਟਰਸਾਈਕਲ ਖਰੀਦਣਾ, ਅਸੀਂ ਨਵਾਂ ਮੋਟਰਸਾਈਕਲ ਪੁਰਾਣਾ ਲੈ ਜਾਂਦੇ ਆ, ਉਹ ਏਜੰਸੀ ਵਾਲਿਆਂ ਨੂੰ ਕਟਾ ਦਿੰਦੇ ਆ ਉਹੀ ਮੋਟਰਸਾਈਕਲ, ਉਹ ਉੱਥੇ ਰੱਖ ਲੈਂਦੇ ਨੇ। ਇੱਕ ਛੋਟੀ ਜੀ ਉਹ ਸਲਿੱਪ ਜੀ ਕੱਟ ਕੇ ਦੇ ਦਿੰਦੇ ਆ, ਉਹ ਵੈਲਿਡ ਹੈ ਬਿਲਕੁਲ ਕਿ ਉਹਨਾਂ ਨੂੰ ਸਰਕਾਰ ਨੇ ਆਥੋਰਾਈਜ਼ਡ ਕੀਤਾ। ਉਹ ਤਾਂ ਅਸੀਂ ਪੰਜਾਬੀ ਦੇ ਵਿੱਚ ਇਹ ਕਹਿ ਰਹੇ ਆ ਬੈਲ ਮੁਝੇ ਮਾਰ, ਮੁਸੀਬਤ ਮੁੱਲ ਲੈ ਰਹੇ ਹਾਂ ਅਸੀਂ। ਉਹ ਪਤਾ ਨਹੀਂ ਕਿਹਦੇ ਕੋਲ ਜਾਣਾ ਹੈ ਕਿਹਦੇ ਕੋਲ ਨਹੀਂ ਜਾਣਾ, ਉਹ ਕਿਹੋ ਜਿਹਾ ਬੰਦਾ ਹੈ ਕਿਹੋ ਜਿਹਾ ਨਹੀਂ ਹੈਗਾ। ਇਹੋ ਜੀ ਗਲਤੀ ਵੀਰ ਜੀ ਕਦੇ ਵੀ ਨਾ ਕਰੋ, ਭੁੱਲ ਕੇ ਵੀ ਨਾ ਕਰੋ। ਜੇ ਤੁਸੀਂ ਵਹੀਕਲ, ਇਹ ਵੇਚਣ ਦੀ ਗੱਲ ਹੈ ਜੱਸੀ, ਇਹ ਮੈਂ ਵਹੀਕਲ ਵੇਚਣ ਦੀ ਗੱਲ ਕਰ ਰਿਹਾ, ਕਦੇ ਵੀ ਇਹੋ ਜੀ ਗਲਤੀ ਨਾ ਕਰੋ। ਹੁਣ ਕਰਨਾ ਕੀ ਚਾਹੀਦਾ? ਕਰਨਾ ਇਹ ਚਾਹੀਦਾ ਕਿ ਸਭ ਤੋਂ ਪਹਿਲਾਂ ਜੇ ਤੁਸੀਂ ਕਿਸੇ ਨੂੰ ਵਹੀਕਲ ਵੇਚਣਾ ਅੱਜ ਤੋਂ, ਜੋ ਤੁਸੀਂ ਗਲਤੀ ਕਰਤੀ ਇਸ ਤੋਂ ਅੱਗੇ ਗਲਤੀ ਨਾ ਹੋਏ। ਤੁਸੀਂ ਵਹੀਕਲ ਵੇਚਣਾ ਤਾਂ ਸਭ ਤੋਂ ਵੱਡਾ ਤੁਸੀਂ ਚੰਡੀਗੜ੍ਹ ਵਾਲੇ ਪਾਸੋਂ ਨਾ ਵਕੀਲਾਂ ਤੋਂ ਜਾਂ ਦਿੱਲੀ ਵਾਲੇ ਪਾਸੋਂ ਜਿਹੜੇ ਹੈਗੇ ਪੜ੍ਹੇ ਲਿਖੇ ਵਹੀਕਲ ਲੈ ਕੇ ਦਿਖਾ ਦਿਓ, ਨਹੀਂ ਦੇਣਗੇ। ਉਹ ਕਹਿਣਗੇ ਆਪਾਂ ਥਰਡ ਪਾਰਟੀ ਕੋਲ ਵਹੀਕਲ ਖੜਾ ਕਰ ਦਿੰਦੇ ਆ। ਅੱਛਾ ਜੀ, ਪੈਸੇ ਦਾ ਲੈਣ ਦੇਣ ਕਰ ਲੈ ਜਿਹੜਾ, ਉਹਦਾ ਐਫੀਡੇਵਿਟ ਕਰ ਲੈਂਦੇ ਆਪਾਂ, ਪਰ ਮੈਂ ਉਹਨਾਂ ਤੱਕ ਗੱਡੀ ਨਹੀਂ ਦੇਵਾਂਗਾ ਤੈਨੂੰ ਜਿੰਨਾ ਤੱਕ ਆਰਸੀ ਤੇਰੇ ਨਾਂ ਤੇ ਟ੍ਰਾਂਸਫਰ ਨਹੀਂ ਹੋ ਜਾਂਦੀ। ਤੂੰ ਆਪਦੇ ਨਾਂ ਤੇ ਆਰਸੀ ਟ੍ਰਾਂਸਫਰ ਕਰਾ ਲੈ, ਚਾਹੇ ਸਮਾਨ ਤੇ ਲੈ ਜੀ ਚਾਹੇ ਪਤਾਲ 'ਚ ਸੁੱਟ ਦੀ, ਮੈਨੂੰ ਉਹਦੇ ਨਾਲ ਨਹੀਂ। ਪਰ ਉਹ ਬੰਦੇ ਉਹਨਾਂ ਤੱਕ ਆਪਦਾ ਵਹੀਕਲ ਨਹੀਂ ਦਿੰਦੇ ਜਿੰਨਾ ਤੱਕ ਆਰਸੀ ਟ੍ਰਾਂਸਫਰ ਨਹੀਂ ਹੋ ਜਾਂਦੀ। ਪੈਸੇ ਤਾਂ ਲੈਣ ਦੇਣ ਦਾ ਉਹ ਕਹਿ ਲੈਂਦੇ ਚਲੋ ਐਫੀਡੇਵਿਟ ਕਰ ਲਓ, ਨਾ ਤੂੰ ਪੈਸੇ ਪਰ ਮੁਕਰੇ ਨਾ ਮੈਂ ਮੁਕਰਾਂ। ਉਹ ਫਿਰ ਸਾਰਾ ਆਪਦਾ ਕੰਮ ਕਾਗਜ਼ੀ ਕਾਰਵਾਈ ਕਰਕੇ ਦੇ ਦਿੰਦੇ ਆ, 1 ਮਹੀਨੇ ਦੇ ਅੰਦਰ ਅੰਦਰ ਆਰਸੀ ਟ੍ਰਾਂਸਫਰ ਹੋ ਜਾਂਦੀ ਆ। ਹਾਂ, ਉਹ ਕਿਸੇ ਥਰਡ ਪਾਰਟੀ ਪਰਸਨ ਕੋਲੇ, ਚਲੋ ਜਿਹੜਾ ਤੁਹਾਡਾ ਵੀ ਜਾਣਕਾਰ ਹੈ ਮੇਰਾ ਵੀ ਜਾਣਕਾਰ ਹੈ, ਉਹਦੇ ਕੋਲ ਵਹੀਕਲ ਖੜਾ ਕਰ ਦਿੰਦੇ ਆ, ਪਰ ਚਾਬੀ ਨਹੀਂ ਦਿੰਦੇ। ਜਿਨ੍ਹਾਂ ਤੱਕ ਵਹੀਕਲ ਜਦੋਂ ਨਾਮ ਹੋ ਜਾਂਦਾ ਉਹਨਾਂ ਦੇ ਫਿਰ ਉਹ ਵਹੀਕਲ ਦਿੰਦੇ, ਅਦਰਵਾਈਜ਼ ਉਹ ਵਹੀਕਲ ਨਹੀਂ ਦਿੰਦੇ। ਹੁਣ ਪੰਜਾਬੀ ਦੇ ਵਿੱਚ ਮੈਂ ਕਹਾਂ ਕਿ ਅਸੀਂ ਜਦੋਂ ਵੀ ਸਾਡੇ ਘਰ ਦੇ ਵਿੱਚ ਜਿਹੜੀ ਪ੍ਰਾਪਰਟੀ ਹੈ, ਅਸੀਂ ਪ੍ਰਾਪਰਟੀ ਉਹਨਾਂ ਤੱਕ ਉਹਨੂੰ ਨਹੀਂ ਦਿੰਦੇ, ਮਲਕੀਅਤ ਹੱਕ ਨਹੀਂ ਦਿੰਦੇ ਜਿੰਨਾ ਤੱਕ ਪੱਕੀ ਰਜਿਸਟਰੀ ਨਹੀਂ ਹੋ ਜਾਂਦੀ। ਅਸੀਂ ਵਹੀਕਲ ਵਾਲੇ ਮਾਮਲੇ ਦੇ ਵਿੱਚ ਅਜਿਹਾ ਕਿਉਂ ਕਰਦੇ ਆ? ਮੰਨ ਲਓ ਅਸੀਂ ਕੋਈ ਪਲਾਂਟ ਵੇਚਿਆ, ਪਲਾਂਟ ਨੇ ਤਾਂ ਨਾ ਇੰਚ ਇੱਧਰ ਜਾਣਾ ਤੇ ਨਾ ਇੰਚ ਇੱਧਰ ਜਾਣਾ, ਪਰ ਜਿਹੜਾ ਖਤਰੇ ਵਾਲੀ ਚੀਜ਼ ਹੈ, ਕਿਸੇ ਵੀ ਸਮੇਂ ਮੈਂ ਕਿਸੇ ਨੂੰ ਵਹੀਕਲ ਵੇਚਿਆ ਉਹਦੇ ਕੋਲ ਜਾ ਕੇ ਅੱਗੇ ਉੱਥੇ ਐਕਸੀਡੈਂਟ ਹੋ ਜੇ, ਫਿਰ ਖਤਰੇ ਵਾਲੀ ਚੀਜ਼ ਅਸੀਂ ਐਵੇਂ ਦੇ ਰਹੇ ਹਾਂ। ਬਿਲਕੁਲ ਵੀ ਨਹੀਂ ਇਹ ਦੇਣਾ ਚਾਹੀਦਾ। ਥਰਡ ਪਾਰਟੀ ਕੋਲੇ ਖੜਾ ਕਰ ਲਓ, ਜਿੰਨਾ ਤੱਕ ਆਰਸੀ ਟ੍ਰਾਂਸਫਰ ਨਹੀਂ ਹੋ ਜਾਂਦੀ ਉਹਨਾਂ ਤੱਕ ਵਹੀਕਲ ਨਾ ਦਿਓ। ਪਰ ਮੈਂ ਕਹਿੰਦਾ ਟਰਾਂਸਪੋਰਟ ਜਗਤ ਦੇ ਵਿੱਚ ਹੋਣਾ ਨਹੀਂ ਇਹੋ ਜਿਹਾ, ਨਹੀਂ ਹੋਣਾ। ਚਲੋ ਦੂਸਰੇ ਨੰਬਰ ਤੇ ਬਾਈ ਚਾਂਸ, ਹੁਣ ਮੈਨੂੰ ਜਸਟ ਤੁਸੀਂ ਮੇਰੇ ਦੋਸਤ ਹੋ, ਮੰਨ ਲਓ ਮੇਰੀ ਮਜਬੂਰੀ ਆ
ਤੁਸੀਂ ਕਹੋਗੇ ਯਾਰ ਮੇਰੇ ਤੇ ਇਤਬਾਰ ਹੀ ਨਹੀਂ ਹੈਗਾ ਤੈਨੂੰ, ਯਾਰ ਇਹ ਆਪਣੀ ਯਾਰੀ ਕਾਹਦੀ ਆ, ਦੋਸਤੀ ਕਾਹਦੀ ਆ। ਜੇ ਇਹੋ ਜਿਹੀ ਥਾਂ ਤੇ ਕੋਈ ਖਾਸ ਮੈਂ ਜਾਣਕਾਰ ਹੈ, ਮੈਂ ਇਹਨੂੰ ਦੇਣਾ, ਦੋਸਤ ਨੂੰ ਦੇਣਾ ਵੀ ਪੈ ਜਾਂਦਾ ਹੈ, ਫਿਰ ਉੱਥੇ ਜੇ ਵਹੀਕਲ ਦੇਣਾ ਉਹਨੂੰ ਕਾਗਜ਼ੀ ਕਾਰਵਾਈ ਕਰਕੇ ਦਿਓ, ਜੋ ਵੀ ਟਰਾਂਸਫਰ ਦੇ ਜੋ ਹੈਗੀ ਫਾਰਮੈਲਿਟੀਜ਼ ਉਹ ਭਰ ਕੇ ਦਿਓ, ਕਰਕੇ ਦਿਓ, ਆਰਟੀਓ ਦਫ਼ਤਰ ਦੇ ਵਿੱਚ ਉਹਨੂੰ ਭਰ ਦਿਓ। ਪਰ ਜੇ ਮੈਂ ਤੁਹਾਨੂੰ ਵਹੀਕਲ ਦੇਣਾ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਸਟ ਜੀ ਤੁਹਾਡਾ ਡਰਾਈਵਿੰਗ ਲਾਇਸੈਂਸ ਬਣਿਆ ਹੋਣਾ ਚਾਹੀਦਾ। ਇਹ ਇੰਸ਼ੋਰ ਕਰੋ। ਹਾਂ, ਇੰਸ਼ੋਰ ਕਰੋ, ਤੁਹਾਡਾ ਡਰਾਈਵਿੰਗ ਲਾਇਸੈਂਸ ਬਣਿਆ ਹੋਣਾ ਚਾਹੀਦਾ। ਦੂਸਰੇ ਨੰਬਰ ਤੇ ਵਹੀਕਲ ਦਾ ਇੰਸ਼ੋਰੈਂਸ ਹੋਣਾ ਚਾਹੀਦਾ, ਘੱਟੋ ਘੱਟ ਉਹ ਇੰਸ਼ੋਰੈਂਸ ਥਰਡ ਪਾਰਟੀ ਤਾਂ ਹੋਣਾ ਹੀ ਚਾਹੀਦਾ। ਉਸ ਤੋਂ ਬਿਨਾਂ ਦਾ ਟ੍ਰਾਂਸਫਰ ਵੀ ਨਹੀਂ ਹੁੰਦਾ। ਹਾਂ, ਘੱਟੋ ਘੱਟ ਥਰਡ ਪਾਰਟੀ ਇੰਸ਼ੋਰੈਂਸ ਹੋਣਾ ਚਾਹੀਦਾ। ਮੈਂ ਤੁਹਾਨੂੰ ਇਹ ਗੱਲ ਸਮਝਾਵਾਂਗਾ ਕਿ ਜਸਵੀਰ ਮੇਰਾ ਜਿੰਨਾ ਤੱਕ ਆਰਸੀ ਟ੍ਰਾਂਸਫਰ ਨਹੀਂ ਹੋ ਜਾਂਦੀ, ਤੁਹਾਡੇ ਤੋਂ ਬਿਨਾ ਮੇਰਾ ਕੋਈ ਵਹੀਕਲ ਹੋਰ ਨਾ ਚਲਾਏ, ਤੁਸੀਂ ਚਲਾਓ ਹੋਰ ਕੋਈ। ਜਦੋਂ ਆਰਸੀ ਟ੍ਰਾਂਸਫਰ ਹੋ ਜੇ ਫਿਰ ਕਿਸੇ ਵਹੀਕਲ ਨੂੰ ਜਿਹੜਾ ਹੈਗਾ ਚਲਾਉਣ ਨੂੰ ਉਹ ਦੇ ਦਿਓ, ਪਰ ਉਹਨਾਂ ਤੱਕ ਕਿਸੇ ਨੂੰ ਤੁਸੀਂ ਵਹੀਕਲ ਨਹੀਂ ਦੇਣਾ ਜਿੰਨਾ ਤੱਕ ਆਰਸੀ ਟ੍ਰਾਂਸਫਰ ਨਹੀਂ ਹੋ ਜਾਂਦੀ। ਹਾਂ, ਇਹਦੇ ਵਿੱਚ ਇਹ ਹੁੰਦਾ ਕਿ ਜੇ ਮੈਂ ਕਿਸੇ ਨੂੰ ਵਹੀਕਲ ਵੇਚਿਆ, ਵਹੀਕਲ ਦੇ ਵਿੱਚ ਇੰਸ਼ੋਰੈਂਸ ਦੇ ਵਿੱਚ ਹੈਗਾ, ਫਿਰ ਇੰਸ਼ੋਰੈਂਸ ਕੰਪਨੀ ਭਰਦੀ ਆ, ਪਰ ਇੰਸ਼ੋਰੈਂਸ ਕੰਪਨੀ ਵਾਲਿਆਂ ਦੀ ਵੀ ਇੱਕ ਹੁੰਦੀ ਹੈ ਕਿ ਉਹ ਵੀ ਗਲਤੀਆਂ ਬਹੁਤ ਕੱਢਦੇ ਆ। ਜਿਵੇਂ ਜਿਹਨੂੰ ਮੈਂ ਵਹੀਕਲ ਵੇਚਿਆ, ਉਹਦੇ ਕੋਲੇ ਡਰਾਈਵਿੰਗ ਲਾਇਸੈਂਸ ਨਹੀਂ ਬਣਿਆ ਹੋਇਆ, ਜਾਂ ਹੋਰ ਵੀ ਕੋਈ ਦਿੱਕਤ ਹੈਗੀ ਆ, ਛੋਟੇ ਛੋਟੇ ਬੱਚਿਆਂ ਨੂੰ ਦੇ ਦਿੰਦੇ ਆ, ਉਹਨਾਂ ਦਾ ਡਰਾਈਵਿੰਗ ਲਾਇਸੈਂਸ ਨਹੀਂ ਬਣਿਆ ਹੁੰਦਾ, ਜਾਂ ਕੋਈ ਵੀ ਗਲਤੀ ਪਾਈ ਗਈ, ਇੰਸ਼ੋਰੈਂਸ ਕੰਪਨੀ ਵਾਲੇ ਨੇ ਇੰਸ਼ੋਰੈਂਸ ਨਾ ਦਿੱਤਾ, ਫਿਰ ਉਹ ਇੰਸ਼ੋਰੈਂਸ ਵਹੀਕਲ ਓਨਰ ਨੂੰ ਹੀ ਭਰਨਾ ਪੈਣਾ। ਬਿਲਕੁਲ ਇਸ ਚੀਜ਼ ਤੋਂ ਜਿਹੜਾ ਬਚਿਆ ਜਾ ਸਕਦਾ। ਪਰ ਹਾਂ, ਬਸ ਇਸ ਚੀਜ਼ ਤੋਂ ਬਚਿਆ ਜਾ ਸਕਦਾ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਚਲੋ ਤੁਸੀਂ ਮੇਰੇ ਤੇ ਯਕੀਨ ਨਾ ਕਰਿਓ, ਮੈਂ ਤੁਹਾਨੂੰ ਇੱਕ ਗੱਲ ਹੀ ਕਹਿਣਾ, ਤੁਸੀਂ ਕਿਸੇ ਚੰਗੇ ਜਾਣਕਾਰ ਨੂੰ, ਵੀਰ ਜੀ ਮੈਂ ਤਾਂ ਸੈਂਕੜੇ ਬੰਦਿਆਂ ਨੂੰ ਜਿਹਾਂ ਨੂੰ ਜਾਣਦਾ ਜਿਨ੍ਹਾਂ ਤੇ ਕਲੇਮ ਪਏ ਹੋਏ ਨੇ। ਫੇਸਬੁੱਕਾਂ ਤੇ ਵੀ ਤੁਸੀਂ ਵੇਖਿਆ ਹੋਊਗਾ, ਬਹੁਤ ਵਾਰ ਵਿਚਾਰੇ ਰੋ ਰੋ ਕੇ ਦੱਸਿਆ ਉਹਨਾਂ ਨੇ ਕਿ ਕਿਸੇ ਨੂੰ ਵਹੀਕਲ ਨਾ ਦਿਓ। ਲੋਕ ਬਹੁਤ ਗੱਲਾਂ ਕਰਦੇ ਆ, ਮਤਲਬ ਕਿ ਜੇ ਕਿਸੇ ਨੂੰ ਕਹਿੰਦੇ ਨਾ ਵਹੀਕਲ ਵੇਚਣਾ, ਪਾਵਰ ਆਫ ਅਟਰਨੀ ਦੇ ਦਿਓ, ਉਹਦੇ ਤੋਂ ਬਾਈ ਚੈੱਕ ਪੈਸੇ ਫੜ ਲਓ, ਚਲੋ ਮੰਨ ਲੈਂਦੇ ਆ ਕਿ ਇਹ ਮੰਨਿਆ ਜੇ, ਪਰ ਫਿਰ ਵੀ ਮੈਂ ਇੱਕ ਸਿੱਧੇ ਰੂਪ ਦੇ ਵਿੱਚ ਇਹ ਕਹਿੰਦੇ ਨੇ ਕਿ ਗਾਜ ਤਾਂ ਤੁਹਾਡੇ ਤੇ ਡਿੱਗੇਗੀ ਨਾ। ਸਭ ਤੋਂ ਪਹਿਲਾਂ ਗਾਜ ਤਾਂ ਤੁਹਾਡੇ ਤੇ ਡਿੱਗੇ। ਉਹ ਕੇਸ ਚਾਹੇ 5 ਮਹੀਨਿਆਂ ਬਾਅਦ ਜਾ ਕੇ ਸੋਲਵ ਹੋਏ, 6 ਮਹੀਨਿਆਂ ਬਾਅਦ ਹੋਏ, ਸਾਲ ਬਾਅਦ ਹੋ ਜੇ, ਚਾਹੇ ਅਗਲੇ 1 ਮਹੀਨੇ ਦੇ ਵਿੱਚ ਹੋ ਜੇ, ਪਰ ਤੁਹਾਡੇ ਮਾਈਂਡ ਤੇ ਤਾਂ ਉਹ ਦਿਮਾਗ ਦੇ ਵਿੱਚ ਤਾਂ ਪਰੇਸ਼ਾਨੀ ਉਹ ਕੇਸ ਚੱਲਦੇ ਤੱਕ ਰਹੂਗੀ। ਇਹ ਚੀਜ਼ ਹਾਂ, ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ। ਅਸੀਂ ਜਦੋਂ ਵਹੀਕਲ ਵੇਚਦੇ ਆ ਨਾ, ਕਈ ਵਾਰ ਸਾਡੇ ਵਹੀਕਲ ਘਰ ਦੇ ਵਿੱਚ ਕਬਾੜ ਹੋ ਜਾਂਦਾ, ਅਸੀਂ ਕਬਾੜ ਵਹੀਕਲ ਨੂੰ ਵੀ ਵੇਚ ਦਿੰਦੇ ਆ। ਸਭ ਤੋਂ ਵੱਡੀ ਗਲਤੀ ਜਸਵੀਰ ਅਸੀਂ ਉੱਥੇ ਕਰਦੇ ਆ, ਅਸੀਂ ਨਾਲ ਚੱਕ ਕੇ ਆਰਸੀ ਵੀ ਦੇ ਦਿੰਦੇ ਆ ਉਹਨੂੰ। ਹੁਣ ਕਬਾੜੀਆਂ ਨੂੰ ਸਾਡਾ ਵਹੀਕਲ ਚੱਲਣ ਦੀ ਹਾਲਾਤ ਦੇ ਵਿੱਚ ਚਾਹੇ ਨਹੀਂ ਹੈਗਾ, ਚਾਹੇ ਹੈਗਾ ਹੀ, ਸਾਨੂੰ ਐ ਲੱਗਦਾ ਕਿ ਪੁਰਾਣਾ ਹੋ ਗਿਆ ਦੀ, ਪਰ ਹੈਗਾ ਤਾਂ ਆਰਸੀ ਤਾਂ ਹਾਲੇ ਸਾਡੇ ਨਾਮ ਤੇ ਪਈ ਹੈ ਨਾ। ਹੋ ਸਕਦਾ ਬੜੇ ਜਣੇ ਬਹੁਤ ਗਲਤ ਕੰਮ ਹੋਏ ਨੇ। ਆ ਤਰਨ ਕੇ ਪਤਾ ਨਹੀਂ ਅੰਮ੍ਰਿਤਸਰ 100 ਪਤਾ ਨਹੀਂ ਕਿੰਨੀਆਂ ਗੱਡੀਆਂ ਬੰਦਾ ਮੰਨਿਆ ਕਬਾੜ ਦੇ ਵਿੱਚ ਸ਼ਾਇਦ ਤੱਕ ਖਰੀਦਦਾ ਸੀ, ਪੁਲਿਸ ਨੇ ਵੀ ਉਹਨੂੰ ਫੜਿਆ। ਹੋਰ ਵੀ ਬਹੁਤ ਸਾਰੇ ਅੱਜ ਤੱਕ ਜਿਹੜੇ ਅਸੀਂ ਆਪਾਂ ਕਬਾੜ ਦੇ ਵਿੱਚ ਵਹੀਕਲ ਵੇਚ ਦਿੰਨੇ ਆ, ਇਹਨਾਂ ਦਾ ਕੰਮ ਕਰਾ ਕੇ ਜਾਲੀ ਆਰਸੀਆਂ ਬਣਵਾ ਕੇ, ਆਰਸੀ ਅਸੀਂ ਦਿੱਤੀ ਹੁੰਦੀ ਹੈ, ਕਿਵੇਂ ਨਾ ਕਿਵੇਂ ਕਰਾ ਕੇ ਵਹੀਕਲ ਵੇਚ ਦਿੰਦੇ ਆ, ਕਿਉਂਕਿ ਮਾਸਟਰਮਾਈਂਡ ਬੰਦੇ ਇਸ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਬੈਠੇ ਆ। ਤੁਹਾਡੇ ਉਹ ਤਾਂ ਚਾਹੇ ਗਲਤ ਇਸਤੇਮਾਲ ਜਾਂ ਐਕਸੀਡੈਂਟ ਹੋਏ ਨਾ ਹੋਏ, ਪਰ ਤੁਹਾਡੇ ਜਿਹੜਾ ਤੁਸੀਂ ਕਬਾੜ ਦੇ ਵਿੱਚ ਵਹੀਕਲ ਵੇਚਿਆ, ਉਹਨਾਂ ਨੇ ਥੋੜਾ ਬਹੁਤਾ ਕੰਮ ਕਰਾ ਕੇ ਬਾਡੀ ਫਰੇਮ ਨਵਾਂ ਲਵਾ ਕੇ ਉਹਦੀ ਆਰਸੀ ਉੱਦਾਂ ਦੀ ਬਣਾ ਕੇ ਜਿਹੜੀ ਹੈਗੀ, ਤੁਸੀਂ ਆਰਸੀ ਤਾਂ ਦੇ ਕੇ ਆਏ ਹੋ, ਉਹ ਕਿਸੇ ਵਹੀਕਲ ਵੇਚਣਗੇ, ਫਿਰ ਤੁਹਾਨੂੰ ਉੱਥੇ ਦਿੱਕਤ ਪੈਦਾ ਹੋਊਗੀ। ਕਬਾੜ ਦੇ ਵਿੱਚ ਵਹੀਕਲ ਵੇਚਣਾ ਹੈ ਤਾਂ ਉਹਦੀ ਪਹਿਲਾਂ ਰਜਿਸਟ੍ਰੇਸ਼ਨ ਰੱਦ ਕਰਾਓ, ਆਰਟੀਓ ਦਫ਼ਤਰ ਦੇ ਵਿੱਚ ਜਾਓ, ਆਰਟੀਓ ਦਫ਼ਤਰ ਦੇ ਵਿੱਚ ਜਾ ਕੇ ਆਪਦੇ ਵਹੀਕਲ ਦੀ ਜਿਹੜੀ ਹੈਗੀ ਉਹ ਰਜਿਸਟ੍ਰੇਸ਼ਨ ਉਹਦੀ ਰੱਦ ਕਰਵਾਓ। ਰਜਿਸਟ੍ਰੇਸ਼ਨ ਰੱਦ ਕਰਵਾ ਕੇ ਜਿਹੜਾ ਕਾਗਜ਼ ਆਪਾਂ ਨੂੰ ਮਿਲਦਾ, ਪੇਜ ਮਿਲਦਾ ਜਿਹਦੇ ਵਿੱਚ ਪ੍ਰੂਫ ਹੁੰਦਾ ਕਿ ਤੁਸੀਂ ਕੈਂਸਲ ਕਰਵਾਤੀ, ਉਸ ਨੂੰ ਜਿਵੇਂ ਆਪਦੇ ਘਰ ਦੇ ਵਿੱਚ ਸੋਨਾ ਸਾਂਭ ਕੇ ਰੱਖਦੇ ਜੇ, ਉਵੇਂ ਸਾਂਭ ਕੇ ਰੱਖੋ। ਕਿਉਂਕਿ ਜੇ ਤੁਸੀਂ ਕਬਾੜ ਦੇ ਵਿੱਚ ਵਹੀਕਲ ਵੇਚਿਆ, ਹਾਂ ਕਈ ਵਹੀਕਲ ਦੇ ਚੈਸੀ ਕੱਟ ਕੇ ਹੋਰ ਵਹੀਕਲ ਨੂੰ ਲਾ ਦਿੰਦੇ ਆ। ਕਬਾੜ ਦੇ ਵਿੱਚ ਤਾਂ ਬਹੁਤ ਇਹੋ ਜਿਹਾ ਕੰਮ ਹੁੰਦਾ। ਕਦੇ ਵੀ ਕਬਾੜ ਦੇ ਵਿੱਚ ਵਹੀਕਲ ਵੇਚਣਾ ਐਵੇਂ ਨਾ ਵੇਚੋ, ਕਿਉਂਕਿ ਤੁਹਾਡਾ ਚੈਸੀ ਨੰਬਰ ਤੋਂ ਵੀ ਤੁਸੀਂ ਫੜੇ ਜਾ ਸਕਦੇ ਹੋ। ਤੁਸੀਂ ਤੁਹਾਡੇ ਵਹੀਕਲ ਤੋਂ ਨੰਬਰ ਪਲੇਟ ਹਟਾਤੀ, ਪਰ ਚੈਸੀ ਨੰਬਰ ਤੇ ਵੀ ਤੁਹਾਡੇ ਨਾਮ ਤੇ ਹੀ ਹੁੰਦਾ ਨਾ, ਤੁਸੀਂ ਉੱਥੇ ਫੜੇ ਜਾਓਗੇ ਜੇ ਕੱਲ ਨੂੰ ਕੋਈ ਦਿੱਕਤ ਆ ਗਈ। ਪਰ ਇੱਥੇ ਤਾਂ ਫਿਰ ਡੀਲਰਾਂ ਨੂੰ ਵੀ ਧਿਆਨ ਤਾਂ ਇਸ ਚੀਜ਼ ਦਾ ਰੱਖਣਾ ਚਾਹੀਦਾ। ਵੀਰ ਜੀ, ਪੰਜਾਬੀ ਦੇ ਵਿੱਚ ਮੈਂ ਹੁਣ ਕਹਾਣਾ ਕੀ ਹੁਣ ਕਹਿ ਦਈਏ ਆਪਾਂ ਇੱਥੇ, ਉਹ ਜਿਵੇਂ ਉਹ ਪੁਰਾਣਾ ਜਿਵੇਂ ਤਾਣਾ ਮਾਣਾ ਜਿਵੇਂ ਬਣਿਆ ਆ, ਉਹ ਹਾਲੇ ਗਿਆ ਨਹੀਂ। ਇਸ ਚੀਜ਼ ਦੇ ਜਾਣਕਾਰ ਬੰਦੇ ਬਹੁਤ ਘੱਟ ਅੱਗੇ ਆਏ। ਤੇ ਚਲੋ ਮੈਂ ਤਾਂ ਫਿਰ ਡਰਾਈਵਿੰਗ ਟੀਚਰ ਆ, ਮੈਨੂੰ ਤਾਂ ਇਸ ਚੀਜ਼ ਬਾਰੇ ਪਤਾ ਹੈ। ਮੈਂ ਬਹੁਤ ਸਾਰੇ ਲੱਖਾਂ ਲੋਕਾਂ ਨੂੰ ਇਸ ਚੀਜ਼ ਬਾਰੇ ਟ੍ਰੇਨਿੰਗ ਦੇ ਚੁੱਕੀ ਹੈ। ਮੈਂ ਉਹਨਾਂ ਲੋਕਾਂ ਨੂੰ ਜਾਣਦਾ ਵੀ ਜਿਨ੍ਹਾਂ ਤੇ ਇਹੋ ਜਿਹੇ, ਮੈਂ ਕੋਈ ਐਵੇਂ ਗੱਲ ਨਹੀਂ ਕਰ ਰਿਹਾ ਤੁਹਾਡੇ ਨਾਲ, ਜਿਨ੍ਹਾਂ ਲੋਕਾਂ ਤੇ ਪਏ ਉਹ ਵਿਚਾਰਿਆਂ ਨੇ ਰੋ ਕੇ ਮੈਨੂੰ ਆਪਦਾ ਹਾਲ ਬਿਆਨ ਕੀਤਾ ਕਿ ਅਸੀਂ ਵਹੀਕਲ ਵੇਚਿਆ ਸੀਗਾ, ਉਹਦੇ ਤੋਂ ਅੱਗੋਂ ਐਕਸੀਡੈਂਟ ਹੋ ਗਿਆ, ਐਫੀਡੇਵਿਟ ਮੰਗਿਆ, ਸਾਰੀ ਉਮਰ ਭੁਗਤਦੇ ਰਹਿੰਦੇ, ਸਾਰੀ ਉਮਰ ਭੁਗਤਦੇ ਰਹਿੰਦੇ। ਐਵੇਂ ਛੋਟੀ ਜੀ ਗੱਲ ਪਿੱਛੇ ਲੱਖਾਂ ਰੁਪਏ ਘਰ ਦੇ ਵਿੱਚ ਜਾੜ ਕੇ ਅਸੀਂ ਬਹਿ ਜਾਂਦੇ ਹਾਂ। ਇਹ ਹਰ ਇੱਕ ਸ਼ਾਇਦ ਤੱਕ ਮੈਂ ਵੀ ਗਲਤੀ ਕੀਤੀ ਹੋਈ ਹੈ, ਇਹ ਹਰ ਨਹੀਂ ਗਲਤੀ ਕੀਤੀ ਹੋਈ ਹੈ,
ਪਰ ਜੋ ਹੋ ਗਿਆ ਹੁਣ ਨਹੀਂ ਅੱਗੇ ਤੋਂ ਨਾ ਹੋਏ। ਅੱਗੇ ਤੋਂ ਹਾਂ ਜੇ ਤੁਸੀਂ ਇਹਦੇ ਤੇ ਹੱਲ ਬਚਣਾ ਹੈ, ਮੰਨ ਲਓ ਹੁਣ ਮੈਨੂੰ ਪਤਾ ਮੇਰੇ ਉਸ ਬੰਦੇ ਕੋਲ ਵਹੀਕਲ ਚੱਲ ਰਿਹਾ, ਇਸ ਵੀਡੀਓ ਰਾਹੀਂ ਮੈਨੂੰ ਪਤਾ ਲੱਗ ਗਿਆ ਕਿ ਐਫੀਡੇਵਿਟ ਸ਼ਾਇਦ ਤੱਕ ਵੈਲਿਡ ਨਹੀਂ ਹੈਗਾ। ਹੁਣ ਮੈਂ ਉਸ ਬੰਦੇ ਨੂੰ ਕਹਾਂਗਾ ਪੰਜਾਬੀ 'ਚ, ਯਾਰ ਜੇ ਚਾਹੇ ਤੁਹਾਨੂੰ 3-4 ਹਜ਼ਾਰ ਰੁਪਏ ਕੋਲੋਂ ਲਾਉਣਾ ਪੈ ਜੇ, ਲਵਾ ਕੇ ਉਹਦੇ ਨਾਂ ਤੇ ਆਰਸੀ ਟ੍ਰਾਂਸਫਰ ਕਰਵਾ ਦਿਓ ਉਹਦੇ ਨਾਂ ਤੇ। ਹੁਣ ਮੈਂ ਉਹੀ ਕਹਿੰਦਾ ਕਿ ਐਫੀਡੇਵਿਟ ਕਿਵੇਂ ਵੈਲਿਡ ਹੋ ਸਕਦਾ ਕਿ ਇੱਕ 50 ਰੁਪਏ ਦਾ ਸਟਾਂਪ ਲੱਗਦਾ ਹੈ, ਇੱਕ ਸਰਕਾਰੀ ਫੀਸ ਹਜ਼ਾਰਾਂ ਦੇ ਵਿੱਚ ਜਾਂਦੀ ਆ, ਕਿਵੇਂ ਸਰਕਾਰ ਇਹਨੂੰ ਮੰਨ ਸਕਦੀ ਹੈ ਕਿ 50 ਰੁਪਏ ਨੇ? ਇਹ ਜਿਹੜਾ 50 ਰੁਪਏ ਦਾ ਜਿਹੜਾ ਲੱਗਦਾ ਟਿਕਟ ਜੀ ਲੱਗਦੀ ਆ, ਇਹ ਕੋਈ ਇਕੱਲੇ ਵਹੀਕਲਾਂ ਵਾਸਤੇ ਥੋੜਾ ਹੁੰਦੀ ਹੈ, ਇਹ ਹੋਰ ਵੀ ਬਹੁਤ ਕੰਮਾਂ ਦੇ ਵਿੱਚ ਸ਼ਾਇਦ ਤੱਕ ਯੂਜ਼ ਕੀਤੀ ਜਾਂਦੀ ਹੈ। ਇਹ ਕੋਈ ਸਪੈਸੀਫਿਕ ਕੋਈ ਵਹੀਕਲ ਵਾਸਤੇ ਤਾਂ ਨਹੀਂ ਹੁੰਦੀ ਨਾ ਕਿ ਵਹੀਕਲ ਵਾਸਤੇ ਹੀ ਇਹ ਹੁੰਦੀ ਹੈ, ਇਹਨੂੰ ਤਾਂ ਹੋਰ ਬਹੁਤ ਸਾਰੇ ਕੰਮਾਂ ਤੇ ਹਰ ਕੰਮ ਦੇ ਵਿੱਚ ਯੂਜ਼ ਕੀਤਾ ਜਾਂਦਾ ਇਸ ਨੂੰ ਤਾਂ ਸਭ ਕੁਝ ਹਾਂ ਯੂਜ਼ ਕੀਤਾ ਜਾਂਦਾ ਹੈ। ਤਾਂ ਹੁਣ ਕਈ ਵਾਰ ਕੀ ਹੈਗਾ ਜੀ, ਮੰਨ ਲਓ ਬੰਦਾ ਪਿਆਰ ਨਾਲ ਸਮਝਾ ਲਓ ਮੰਨ ਜੂਗਾ, ਜੇ ਫਿਰ ਵੀ ਤੁਹਾਨੂੰ ਡਰ ਹੈ ਕਿਸੇ ਬਈ ਚੰਗੇ ਵਕੀਲ ਦੀ ਸਲਾਹ ਨਾਲ ਉਹਦੇ ਤੇ FIR ਦਰਜ ਕਰਾ ਦਿਓ ਕਿ ਮੇਰਾ ਵਹੀਕਲ, ਤੁਸੀਂ ਹਾਲੇ ਮਾਲਕ ਹੋ, ਇਹ ਨਹੀਂ ਹੈ ਕਿ ਤੁਸੀਂ ਵਹੀਕਲ ਵੇਚਤਾ ਐਫੀਡੇਵਿਟ ਦੇ ਵਿੱਚ ਤੇ ਉਹ ਆਪਦਾ ਵਹੀਕਲ ਜਿਹੜਾ ਹੈਗਾ ਉਹ ਲਈ ਫਿਰੂਗਾ। ਤੁਸੀਂ ਮਾਲਕ ਹੋ, ਜਿੰਨਾ ਤੱਕ ਆਰਸੀ ਤੁਹਾਡੇ ਨਾਮ ਤੇ ਜਸੀ ਤੁਸੀਂ ਮਾਲਕ ਹੋ, ਤੁਸੀਂ ਕਾਨੂੰਨਨ ਰੂਪ ਦੇ ਵਿੱਚ ਵੀ ਕਾਨੂੰਨ ਰਸਤਾ ਅਪਣਾ ਕੇ ਵੀ ਉਸ ਤੋਂ ਵਹੀਕਲ ਜਿਹੜਾ ਹੈਗਾ ਤੁਸੀਂ ਆਪਦਾ ਵਾਪਸ ਲੈ ਸਕਦੇ। ਬਿਲਕੁਲ ਆਪਦੇ ਚ ਕਿਸੇ ਚੰਗੇ ਵਕੀਲ ਨਾਲ ਗੱਲ ਕਰ ਲਓ, ਕਿਸੇ ਸਲਾਹਕਾਰ, ਜੇ ਨਹੀਂ ਦਿੰਦਾ ਵਕੀਲ ਨਾਲ ਗੱਲ ਕਰਕੇ ਬਈ ਜੀ FIR ਕਰਾ ਕੇ ਜਾਂ ਅਦਾਲਤੀ ਰਸਤੇ ਨਾਲ ਜਿਵੇਂ ਮਰਜ਼ੀ ਆਪਦਾ ਵਹੀਕਲ ਲੈ ਲਓ। ਮਤਲਬ ਚੰਗੇ ਰਹੋਗੇ, ਨਹੀਂ ਕਿਤੇ ਚੰਗੇ ਰਹੋਗੇ, ਨਹੀਂ ਤਾਂ ਦੇਖੋ ਇਹੋ ਜਿਹਾ ਜ਼ਮਾਨਾ ਆ ਗਿਆ ਹੁਣ। ਇੱਥੇ ਦੇਖੋ ਤਿਲ ਸੁੱਟਣ ਦੀ ਕਈ ਵਾਰ ਜਗ੍ਹਾ ਨਹੀਂ ਹੁੰਦੀ। ਮੰਨ ਲਓ ਅੱਗੇ ਕੋਈ ਆ ਗਿਆ, ਕੋਈ ਕਿਸੇ ਚ ਵੱਜ ਗਈ ਜਾਂ ਕੋਈ ਦਿੱਕਤ ਆ ਗਈ, ਚਲੋ ਮੈਂ ਮੰਨਦਾ 50% ਮੰਨਦਾ ਐਫੀਡੇਵਿਟ ਵੈਲਿਡ ਹੈ, 50% ਚਲ ਮੰਨਦਾ ਮੈਂ ਨਹੀਂ ਵੈਲਿਡ ਜੀ। ਚਲੋ ਜੇ ਵੈਲਿਡ ਵੀ ਹੈਗਾ ਪਰ ਫਿਰ ਵੀ ਆਰਸੀ ਵਾਲੇ ਨੂੰ ਫਿਰ ਵੀ ਮੁਸੀਬਤ ਪਊਗੀ ਉਹਦੇ ਨਾਲ ਵਧੀਆ ਯਾਰ ਤੇ ਸਿਰ ਤੇ ਇਸ ਚੀਜ਼ ਦਾ ਬੋਝ ਰੱਖੋ ਹੀ ਨਾ, ਆਰਸੀ ਟ੍ਰਾਂਸਫਰ ਕਰਾਓ, ਬਸ ਮੁੱਕਦੀ ਗੱਲ ਹੈ। ਆਖਰੀ ਸੁਨੇਹਾ ਕੀ ਆ ਜਾਂਦੇ ਆਖਰੀ ਸੁਨੇਹਾ ਮੇਰਾ ਇਹੀ ਹੈ, ਕਦੇ ਵੀ ਜੋ ਹੋਗੀ ਗਲਤੀ ਕਰ ਲਈ, ਮੈਂ ਫਿਰ ਦੁਬਾਰਾ ਰਿਪੀਟ ਕਰ ਲਿਆ ਕਿਉਂਕਿ ਸ਼ਾਇਦ ਤੱਕ ਕਿ ਪੂਰੇ ਪੰਜਾਬ ਦੇ ਵਿੱਚ ਮੈਂ ਹੀ ਤੁਹਾਨੂੰ ਇਹ ਬਿਲਕੁਲ ਮੈਂ ਪਹਿਲੀ ਵਾਰ ਸੁਣਿਆ। ਮੈਂ ਬਹੁਤ ਸਾਰੇ ਜਦੋਂ ਲੋਕਾਂ ਨੂੰ ਇਹ ਦੱਸਦਾ ਨਾ ਇਹਦੇ ਬਾਰੇ, ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਆ ਬਈ ਯਾਰ ਅਸੀਂ ਤਾਂ ਦੇਈ ਬੈਠੇ ਆ। ਵੀਰ ਜੀ ਰਿਐਲਿਟੀ ਤੇ ਰਿਐਲਿਟੀ ਹੈ, ਰਿਐਲਿਟੀ ਨੂੰ ਤੁਸੀਂ ਛੁਪਾ ਨਹੀਂ ਸਕਦੇ, ਚੇਂਜ ਨਹੀਂ ਕਰ ਸਕਦੇ। ਹੁਣ ਮੇਰੀ ਇਹੀ ਸਲਾਹ ਹੈ ਕਿ ਜੋ ਗਲਤੀ ਕਰਤੀ ਚਲੋ ਐਫੀਡੇਵਿਟ ਬਾਰੇ ਪਤਾ ਕਰ ਲਓ ਵੈਲਿਡ ਵੀ ਹੈਗਾ ਜਾਂ ਨਹੀਂ ਹੈਗਾ। ਪਹਿਲੀ ਗੱਲ ਤਾਂ ਮੇਰੀ ਸਲਾਹ ਤੁਹਾਨੂੰ ਇਹੀ ਹੈ ਕਿ ਬਾਈ ਜੀ ਆਪਦਾ ਵਹੀਕਲ ਨਾ ਦਿਓ ਐਫੀਡੇਵਿਟ ਤੇ, ਜਿੰਨਾ ਤੱਕ ਮੇਰੀ ਨਿੱਜੀ ਸਲਾਹ ਹੈ, ਇਹ ਮੇਰੀ ਨਿੱਜੀ ਸਲਾਹ ਹੈ, ਜਿੰਨਾ ਤੱਕ ਆਰਸੀ ਟ੍ਰਾਂਸਫਰ ਨਹੀਂ ਹੁੰਦੀ ਬਾਈ ਜੀ ਆਪਦਾ ਵਹੀਕਲ ਨਾ ਦਿਓ। ਬਿਲਕੁਲ ਮੇਰਾ ਆਹੀ ਆਖਰੀ ਸੁਨੇਹਾ ਜੀ। ਮਨੀਸ਼ ਬਾਈ ਬੜੀਆਂ ਕੀਮਤੀ ਗੱਲਾਂ ਸੀ ਕਿਉਂਕਿ ਜਦੋਂ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ, ਜਦੋਂ ਆਪਣੀ ਆਫ ਰਿਕਾਰਡ ਗੱਲ ਹੋਈ, ਤੁਸੀਂ ਕਹਿ ਰਹੇ ਸੀ ਯਾਰ ਇਹ ਚੀਜ਼ਾਂ ਮੈਂ ਖੁਦ ਸ਼ੌਕ ਸੀ ਕਿ ਯਾਰ ਵਾਕਿਆ ਦੇ ਵਿੱਚ, ਕਿਉਂਕਿ ਅਸੀਂ ਜਿਵੇਂ ਤੁਸੀਂ ਕਿਹਾ ਹੁਣ ਦੀ ਜ਼ਿੰਦਗੀ ਦੇ ਵਿੱਚ ਕਰਦੀ ਐਵੇਂ ਆ, ਤਾਂ ਇਹ ਗੱਲਾਂ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ। ਹਾਂਜੀ ਹਾਂਜੀ ਹਾਂ, ਬਸ ਇਹੀ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਿ ਆਪਦੇ ਕਦੇ ਵੀ ਵਹੀਕਲ ਵੇਚਣਾ ਹੈ ਪੂਰੀ ਜਾਣਕਾਰੀ ਨਾਲ ਵੇਚੋ, ਕਿਤੇ ਐਵੇਂ ਨਾ ਵੇਚੋ। ਮੈਂ ਸਾਫ਼ ਮੇਰਾ ਕਹਿਣ ਦਾ ਜੀ ਜੀ ਬਸ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਸੋ ਮੇਰੇ ਨਾਲ ਮਨੀਸ਼ ਬਾਈ ਸੀ। ਇਹ ਗੱਲਾਂ ਜਿਹੜੀਆਂ ਨੇ ਸ਼ਾਇਦ ਇਸ ਤੋਂ ਪਹਿਲਾਂ ਅਸੀਂ ਨਾ ਤਾਂ ਕਿਸੇ ਡੀਲਰ ਤੋਂ ਸੁਣੀਆਂ ਹੋਣਗੀਆਂ, ਨਾ ਆਪਣੇ ਵੱਡ ਵਡੇਰਿਆਂ ਤੋਂ ਸੁਣੀਆਂ ਹੋਣਗੀਆਂ, ਕਿਉਂਕਿ ਜਿਵੇਂ ਬਾਈ ਨੇ ਕਿਹਾ ਕਿ ਜਿਵੇਂ ਤਾਣਾ ਬਾਣਾ ਪਹਿਲਾਂ ਤੋਂ ਚੱਲਦਾ ਆ ਨਾ, ਉਵੇਂ ਹੀ ਚਲਾਈ ਜਾਂਦੇ ਆ। ਅਸੀਂ ਕਿਸੇ ਤੋਂ ਕੋਈ ਚੀਜ਼ ਲੈਣੀ ਹੁੰਦੀ ਹੈ, ਸਾਨੂੰ ਕਾਹਲੀ ਹੁੰਦੀ ਹੈ ਕਿ ਕਿਹੜਾ 1000 2000 10000 5000 ਦੇ ਕੇ ਉਹ ਤੋਂ ਚੀਜ਼ ਆਪਦੇ ਘਰੇ ਲੈ ਆਈਏ। ਪਰ ਜੇਕਰ ਇਹ ਚੀਜ਼ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਆ ਤਾਂ ਜਿਹੜਾ ਵੇਚਣ ਵਾਲਾ ਆ ਨਾ ਉਹ ਸਭ ਤੋਂ ਵੱਡਾ ਜ਼ਿੰਮੇਵਾਰ ਆ। ਜਿੱਦਾਂ ਬਾਈ ਨੇ ਦੱਸਿਆ ਕਿ ਕੇਸ ਦੀ ਗੱਲ ਕੀਤੀ ਜਿੱਥੇ 12 ਲੱਖ ਰੁਪਏ ਦਾ ਕਲੇਮ ਸੀ, ਪਰ ਜਦੋਂ ਕੇਸ ਚੱਲਦਾ 9 ਸਾਲਾਂ ਬਾਅਦ ਉਹ 20 ਲੱਖ ਦਾ ਬਣ ਗਿਆ। ਸੋ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀ ਇਹ ਜਾਣਕਾਰੀ ਆ ਇਹ ਅੱਗੇ ਸਾਂਝੀ ਜ਼ਰੂਰ ਕਰਿਓ ਤਾਂ ਜੋ ਹੋਰਾਂ ਦੇ ਵੀ ਕੰਨੀ ਇਹ ਗੱਲ ਪੈ ਸਕੇ ਕਿ ਭਾਈ ਅਸਲੀਅਤ ਆਹ ਆ। ਜੇਕਰ ਬੰਦਾ ਨਹੀਂ ਮੰਨਦਾ, ਜਿਵੇਂ ਬਾਈ ਨੇ ਦੱਸਿਆ ਕਿ ਕਿਸੇ ਥਰਡ ਪਰਸਨ ਕੋਲੇ ਆਪਦਾ ਵਹੀਕਲ ਖੜਾ ਕਰ ਦਿਓ ਕਿ ਜਦੋਂ ਭਾਈ ਤੇਰੇ ਨਾਂ ਤੇ ਟ੍ਰਾਂਸਫਰ ਹੋਵੇ, ਜਦੋਂ ਤੂੰ ਪੂਰੀ ਤੇਰੇ ਤੇ ਮਾਲਕ ਬਣ ਗਿਆ ਇਸ ਚੀਜ਼ ਦਾ, ਉਸ ਤੋਂ ਬਾਅਦ ਜਿਹੜੇ ਆ ਆਪਣਾ ਵਹੀਕਲ ਜਿਹੜਾ ਉਹ ਲੈ ਜਾਵੇ। ਸੋ ਇਦਾਂ ਦੀਆਂ ਜਾਣਕਾਰੀ ਭਰਪੂਰ ਮੁਲਾਕਾਤਾਂ ਲੈ ਕੇ ਅੱਗੇ ਵੀ ਆਉਂਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਕਰੇਵਾਲ ਦਿਓ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।